हाँ जी, नेक्स्ट जो अपने कोल है रिएक्शन मैकेनिज्म पार्ट 3। इस वीडियो ਦੇ ਵਿੱਚ ਆਪਾਂ एनर्जी ਨਾਲ ਰਿਲੇਟਡ ਟੌਪਿਕਸ ਹੀ ਜ਼ਿਆਦਾਤਰ ਜਿਹੜੇ ਹੈ ਉਹ ਕਵਰ ਕਰਾਂਗੇ। ਜਿਹੜਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਸਟਾਰਟ ਕੀਤਾ ਸੀ ਉਹ ਖਤਮ ਕਰ ਦਿਆਂਗੇ ਸਾਰਾ। ਠੀਕ ਹੈ, ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਜਾਂਦੀ ਹੈ ਆਪਣੇ ਕੋਲੇ, ਆਪਾਂ ਐਂਥੈਲਪੀ ਪੜ੍ਹੀ ਸੀ, ਉਸ ਤੋਂ ਬਾਅਦ ਕਲੀਜ਼ਨ ਥਿਊਰੀ ਪੜ੍ਹੀ ਸੀ। ਠੀਕ ਹੈ, ਪਿਛਲੀ ਵੀਡੀਓ ਦੇ ਵਿੱਚ। ਹੁਣ ਆਪਾਂ ਨੈਕਸਟ ਪੜ੍ਹਾਂਗੇ ਇੱਥੇ ਗਿਬਸ ਫ੍ਰੀ ਐਨਰਜੀ ਚੇਂਜ ਆਫ ਅ ਰਿਐਕਸ਼ਨ। ਹੁਣ ਇਹਦੇ ਵਿੱਚ ਕੀ ਹੈ, ਗਿਬਸ ਫ੍ਰੀ ਐਨਰਜੀ ਕੀ ਹੈ ਆਪਣੇ ਕੋਲੇ ਵੀ ਜਿੰਨੀ ਪਹਿਲਾਂ ਤਾਂ ਗਿਬਸ ਫ੍ਰੀ ਐਨਰਜੀ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਹੈ ਕੀ ਹੈ ਐਕਚੁਅਲੀ। ਤਾਂ ਇਹਦੇ ਵਿੱਚ ਹੈ ਕੀ ਆ, ਕੋਈ ਰਿਐਕਸ਼ਨ ਹੋ ਰਹੀ ਹੈ, ਮੰਨ ਲਓ ਉਸ ਰਿਐਕਸ਼ਨ ਦੇ ਵਿੱਚ ਜਿੰਨੀ ਐਨਰਜੀ ਰਿਐਕਸ਼ਨ ਨੂੰ ਚਲਾਉਣ ਲਈ ਚਾਹੀਦੀ ਹੈ, ਜਿੰਨੀ ਐਨਰਜੀ ਸਿਰਫ ਰਿਐਕਸ਼ਨ ਨੂੰ ਚਲਾਉਣ ਲਈ ਚਾਹੀਦੀ ਆ, ਉਸ ਐਨਰਜੀ ਨੂੰ ਆਪਾਂ ਕਹਿੰਦੇ ਹਾਂ ਗਿਬਸ ਫ੍ਰੀ ਐਨਰਜੀ। ਠੀਕ ਹੈ, ਜਿਵੇਂ ਇਹਨੂੰ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਐਂ ਸਮਝ ਸਕਦੇ ਹਾਂ ਵੀ ਮੰਨ ਲਓ ਗੈਸ ਦੇ ਉੱਪਰ ਪਾਣੀ ਧਰਿਆ ਹੋਇਆ। ਠੀਕ ਹੈ, ਪਤੀਲੇ ਦੇ ਵਿੱਚ ਪਾਣੀ ਧਰਿਆ ਹੋਇਆ, ਤਾਂ ਗੈਸ ਜਿਹੜਾ ਹੀਟ ਦੇ ਰਿਹਾ। ਠੀਕ ਹੈ, ਗੈਸ ਬਲ ਰਿਹਾ, ਆਪਸ ਤੋਂ ਹੀਟ ਪੈਦਾ ਕਰ ਰਿਹਾ। ਉਹ ਜਿਹੜੀ ਹੀਟ ਹੈ, ਜਿੰਨੀ ਹੀਟ ਉਹਦੇ ਵਿੱਚੋਂ ਕੀ ਹੁੰਦਾ ਨਾ, ਜਦੋਂ ਆਪਾਂ ਹੀਟ ਦਿੰਦੇ ਹਾਂ, ਠੀਕ ਹੈ, ਤਾਂ ਉਹਦੇ ਵਿੱਚੋਂ ਜ਼ਿਆਦਾਤਰ ਹੀਟ ਹੈ ਜਿਹੜੀ ਉਹ ਪਤੀਲੇ 'ਚ ਚਲੀ ਜਾਊਗੀ। ਬਾਕੀ ਜਿਹੜੀ ਹੀਟ ਆ ਪਾਸਿਆਂ 'ਤੇ ਖਿੰਡ ਜੂਗੀ ਜਿਹੜੀ। ਠੀਕ ਹੈ, ਉਹ ਹੀਟ ਵੇਸਟ ਹੋ ਜਾਂਦੀ ਹੈ। ਹੁਣ ਆਪਾਂ ਮੰਨ ਲਓ 5 ਯੂਨਿਟ ਹੀਟ ਸਪਲਾਈ ਕੀਤੀ ਹੈ, ਉਹਦੇ ਵਿੱਚੋਂ 1 ਯੂਨਿਟ ਵੇਟ ਹੋ ਗਈ, ਤਾਂ ਪਤੀਲੇ ਨੂੰ ਕਿੰਨੀ ਮਿਲੀ, 4 ਯੂਨਿਟ। ਠੀਕ ਹੈ, ਤਾਂ ਜਿਹੜੀ 4 ਯੂਨਿਟ ਹੈ ਉਹ ਕੀ ਹੋਊਗੀ, ਉਹਦੀ ਗਿਬਸ ਫ੍ਰੀ ਐਨਰਜੀ। ਠੀਕ ਹੈ, ਮਤਲਬ ਜਿੰਨੀ ਸਿਸਟਮ ਦੇ ਵਿੱਚ ਗਈ ਹੈ ਜਾਂ ਜਿੰਨੀ ਰਿਐਕਸ਼ਨ ਦੇ ਵਿੱਚ ਗਈ ਹੈ ਹੀਟ ਐਕਚੁਅਲੀ ਜਿੰਨੀ ਗਈ ਹੈ, ਉਸਨੂੰ ਆਪਾਂ ਕਹਾਂਗੇ ਗਿਬਸ ਫ੍ਰੀ ਐਨਰਜੀ। ਠੀਕ ਹੈ, ਜਿਹੜੀ ਵੇਸਟ ਹੋ ਗਈ ਉਹਨੂੰ ਆਪਾਂ ਕੱਢ ਦੇਣਾ ਟੋਟਲ ਐਨਰਜੀ ਦੇ ਵਿੱਚੋਂ, ਤਾਂ ਜਿਹੜੀ ਆਪਣੇ ਕੋਲ ਰਹਿ ਜੂਗੀ ਉਹ ਕੀ ਰਹਿ ਜੂ, ਗਿਬਸ ਫ੍ਰੀ ਐਨਰਜੀ 'ਚ। ਠੀਕ ਹੈ, ਅਤੇ ਇਸ ਨੂੰ ਆਪਾਂ ਜੀ ਦੇ ਨਾਲ ਡਿਨੋਟ ਕਰਦੇ ਹਾਂ। ਠੀਕ ਹੈ, ਅਤੇ ਗਿਬਸ ਫ੍ਰੀ ਐਨਰਜੀ ਚੇਂਜ ਹੈ ਜਿਹੜਾ ਕਿਸੇ ਵੀ ਰਿਐਕਸ਼ਨ ਦਾ, ਉਹਨੂੰ ਆਪਾਂ ਲਿਖਦੇ ਹਾਂ ਡੈਲਟਾ ਜੀ ਇਜ਼ ਇਕੁਅਲ ਟੂ H ਮਾਈਨਸ T ਡੈਲਟਾ S ਦੇ ਨਾਲ। ਠੀਕ ਹੈ, ਇੱਦਾਂ ਇਹਦਾ ਜਿਹੜਾ ਮੈਥਮੈਟੀਕਲ ਰਿਲੇਸ਼ਨ ਹੈ ਉਹ ਇਹ ਹੈ। ਹੁਣ ਇਹਦੇ ਵਿੱਚ ਡੈਲਟਾ H ਕੀ ਆ ਆਪਣੇ ਕੋਲ, ਐਂਥੈਲਪੀ ਚੇਂਜ। S ਕੀ ਹੁੰਦੀ ਆਪਾਂ ਨੂੰ ਪਤਾ ਐਂਟਰੋਪੀ, ਤਾਂ ਡੈਲਟਾ S ਹੋ ਗਿਆ ਐਂਟਰੋਪੀ ਚੇਂਜ। T ਹੈਗਾ ਇੱਥੇ ਟੈਂਪਰੇਚਰ। ਠੀਕ ਹੈ, ਤਾਂ ਹੁਣ ਕਿਸੇ ਵੀ ਰਿਐਕਸ਼ਨ ਨੂੰ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਜਾਣ ਦੇ ਵਾਸਤੇ, ਮਤਲਬ ਰਿਐਕਸ਼ਨ ਕੋਈ ਵੀ ਰਿਐਕਸ਼ਨ ਹੈ ਫਿਜ਼ੀਬਲ ਮਤਲਬ ਰਿਐਕਸ਼ਨ ਫਿਜ਼ੀਬਲ ਹੋਣਾ ਹੁੰਦਾ, ਰਿਐਕਸ਼ਨ ਦਾ ਪ੍ਰੋਸੀਡ ਕਰਨਾ ਜਾਂ ਰਿਐਕਸ਼ਨ ਦਾ ਕੰਪਲੀਟ ਹੋਣਾ। ਕਿਸੇ ਵੀ ਰਿਐਕਸ਼ਨ ਨੂੰ ਫਿਜ਼ੀਬਲ ਹੋਣ ਦੇ ਲਈ ਡੈਲਟਾ ਜੀ ਦੀ ਜਿਹੜੀ ਵੈਲਿਊ ਹੈ ਉਹ ਆਪਾਂ ਨੂੰ ਨੈਗੇਟਿਵ ਚਾਹੀਦੀ ਹੈ। ਠੀਕ ਹੈ, ਮਤਲਬ ਡੈਲਟਾ ਜੀ ਦੀ ਵੈਲਿਊ ਨੈਗੇਟਿਵ ਹੋਣੀ ਚਾਹੀਦੀ ਹੈ ਕਿਸੇ ਵੀ ਰਿਐਕਸ਼ਨ ਨੂੰ ਫਿਜ਼ੀਬਲ ਕਰਨ ਦੇ ਲਈ। ਤਾਂ ਹੁਣ ਆਪਾਂ ਇਸ ਰਿਐਕਸ਼ਨ ਤੋਂ ਦੇਖਣਾ ਵੀ ਡੈਲਟਾ ਜੀ ਦੀ ਵੈਲਿਊ ਹੈ ਜਿਹੜੀ ਉਹ ਨੈਗੇਟਿਵ ਕਿੱਦਾਂ ਆਊਗੀ। ਠੀਕ ਹੈ, ਤਾਂ ਹੁਣ ਨੈਗੇਟਿਵ ਡੈਲਟਾ ਜੀ ਆਉਣ ਦੇ ਲਈ ਸਭ ਤੋਂ ਪਹਿਲਾਂ ਆ ਇੱਥੇ ਮਾਈਨਸ ਦਾ ਸਾਈਨ ਹੈ। ਠੀਕ ਹੈ, ਪਹਿਲੀ ਚੀਜ਼ ਕੀ ਹੋ ਜੂਗੀ ਵੀ ਜੇ ਆ ਵੱਡਾ ਹੋਵੇ ਇਹਦੇ ਨਾਲੋਂ ਤਾਂ ਆ ਮਾਈਨਸ ਦਾ ਮਾਈਨਸ ਆ ਜੂਗਾ। ਠੀਕ ਹੈ, ਹੁਣ ਜਾਂ ਫਿਰ ਦੂਸਰੀ ਚੀਜ਼ ਕੀ ਆ ਵੀ ਨੈਗੇਟਿਵ ਹੋਵੇ ਅਤੇ ਆਹ ਦੋਨੇ ਚੀਜ਼ਾਂ, ਆ ਤਾਂ ਨੈਗੇਟਿਵ ਹੈ ਹੀ ਆ, ਜਦੋਂ ਆਹ ਨੈਗੇਟਿਵ ਹੋ ਗਿਆ ਤਾਂ ਦੋਨੇ ਮਿਲ ਕੇ ਇਹ ਨੈਗੇਟਿਵ ਬਣਾ ਦੇਣਗੇ। ਠੀਕ ਹੈ, ਪਹਿਲਾ ਕੇਸ ਕੀ ਆ ਨੈਗੇਟਿਵ ਹੋਵੇ, ਦੂਸਰਾ ਕੇਸ ਕੀ ਆ ਜੇ ਆਹ ਪੋਜ਼ੀਟਿਵ ਆ ਤਾਂ ਇਹਦੀ ਵੈਲਿਊ ਇਹਦੇ ਨਾਲੋਂ ਵੱਡੀ ਹੋਵੇ ਤਾਂ ਨੈਗੇਟਿਵ ਆ ਜੂਗਾ। ਠੀਕ ਹੈ, ਤਾਂ ਹੁਣ ਆਪਣੇ ਕੋਲ ਦੋ ਤਰ੍ਹਾਂ ਦੀਆਂ ਰਿਐਕਸ਼ਨ ਹੁੰਦੀਆਂ ਨੇ, ਆਪਾਂ ਨੂੰ ਪਤਾ ਐਕਸੋਥਰਮਿਕ ਅਤੇ ਐਂਡੋਥਰਮਿਕ। ਦੋਨਾਂ ਦੇ ਵਿੱਚ ਫਿਜ਼ੀਬਿਲਿਟੀ ਕਿਵੇਂ ਚੈੱਕ ਕਰ ਸਕਦੇ ਹਾਂ ਆਪਾਂ। ਐਕਸੋਥਰਮਿਕ ਰਿਐਕਸ਼ਨਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਆਪਾਂ ਨੂੰ ਪਤਾ ਡੈਲਟਾ H ਨੈਗੇਟਿਵ ਹੈ। ਹਾਂਜੀ, ਤਾਂ ਐਕਸੋਥਰਮਿਕ ਦੇ ਵਿੱਚ ਆਪਾਂ ਨੂੰ ਪਤਾ H ਜਿਹੜੀ ਹੈ ਉਹ ਨੈਗੇਟਿਵ ਹੈ। ਠੀਕ ਹੈ, ਹੁਣ ਡੈਲਟਾ H ਹੈ ਜਿਹੜੀ ਉਹ ਨੈਗੇਟਿਵ ਹੋ ਗਈ ਆਪਣੇ ਕੋਲ ਐਕਸੋਥਰਮਿਕ ਦੇ ਲਈ। ਹੁਣ ਰਹਿ ਗਿਆ ਕੀ ਆਪਣੇ ਕੋਲ T ਡੈਲਟਾ S। ਠੀਕ ਹੈ, ਆਹ ਚੀਜ਼ ਨੈਗੇਟਿਵ ਹੈ, ਆਹ ਚੀਜ਼ ਵੀ ਨੈਗੇਟਿਵ ਹੈ। ਇਹ ਨੈਗੇਟਿਵ ਕਿੰਨਾ ਚਿਰ ਰਹੂ, ਜਿੰਨਾ ਚਿਰ ਡੈਲਟਾ S ਪੋਜ਼ੀਟਿਵ ਰਹੂ। ਠੀਕ ਹੈ, ਤਾਂ ਡੈਲਟਾ S ਦੀ ਕਿਸੇ ਵੀ ਪੋਜ਼ੀਟਿਵ ਵੈਲਿਊ ਵਾਸਤੇ, ਕਿਉਂਕਿ ਡੈਲਟਾ H ਹਮੇਸ਼ਾ ਨੈਗੇਟਿਵ ਹੋਊਗੀ ਐਕਸੋਥਰਮਿਕ ਵਾਸਤੇ, ਅਤੇ ਡੈਲਟਾ G ਹੈ ਜਿਹੜੀ ਉਹ ਹਮੇਸ਼ਾ ਹੀ ਨੈਗੇਟਿਵ ਆਊਗੀ, ਅਤੇ ਰਿਐਕਸ਼ਨ ਜਿਹੜੀ ਹੈ ਉਹ ਫਿਜ਼ੀਬਲ ਹੋਊਗੀ। ਮਤਲਬ ਇਹੋ ਜਿਹੀਆਂ ਰਿਐਕਸ਼ਨਸ ਜਿਹਦੇ ਵਿੱਚ ਡੈਲਟਾ S ਦੀ ਪੋਜ਼ੀਟਿਵ ਵੈਲਿਊ ਆਉਂਦੀ ਹੈ, ਠੀਕ ਹੈ, ਤਾਂ ਉਹ ਸਾਰੀਆਂ ਐਕਸੋਥਰਮਿਕ ਰਿਐਕਸ਼ਨਸ ਨੇ ਜਿਹੜੀਆਂ ਉਹ ਫਿਜ਼ੀਬਲ ਹੋਣਗੀਆਂ। ਮਤਲਬ ਡੈਲਟਾ G ਉਹਦੇ ਵਿੱਚ ਸਾਰੀਆਂ ਰਿਐਕਸ਼ਨਸ ਦੇ ਵਿੱਚ ਨੈਗੇਟਿਵ ਆਊਗੀ। ਠੀਕ ਹੈ, ਸਿੰਪਲ ਮੈਥਮੈਟਿਕਸ ਹੈ ਇਹ। ਜੇ ਆਹ ਨੈਗੇਟਿਵ ਹੈ ਅਤੇ ਆਹ ਨੈਗੇਟਿਵ ਹੈ ਤਾਂ ਮਾਈਨਸ ਮਾਈਨਸ ਪਲੱਸ ਹੋ ਜੂ, ਪਰ ਸਾਈਨ ਮਾਈਨਸ ਦਾ ਰਹੂਗਾ। ਠੀਕ ਹੈ, ਤਾਂ ਡੈਲਟਾ G ਨੈਗੇਟਿਵ ਆਊਗੀ, ਸਗੋਂ ਦੋਨੇ ਟਰਮਾਂ ਜੁੜ ਜਾਣਗੀਆਂ, ਵੱਧ ਵੈਲਿਊ ਆਊਗੀ ਡੈਲਟਾ G ਦੀ, ਵੱਧ ਨੈਗੇਟਿਵ ਆਊਗੀ। ਠੀਕ ਹੈ, ਹੁਣ ਨੈਕਸਟ ਹੈ ਆਪਣੇ ਕੋਲ ਐਂਡੋਥਰਮਿਕ ਰਿਐਕਸ਼ਨਸ ਦੇ ਵਿੱਚ ਡੈਲਟਾ H ਪੋਜ਼ੀਟਿਵ ਹੁੰਦੀ ਆ। ਦੂਸਰਾ ਕੇਸ ਆ ਗਿਆ, ਆਹ ਚੀਜ਼ ਪੋਜ਼ੀਟਿਵ ਆ, ਪਲੱਸ ਮਾਈਨਸ ਮਾਈਨਸ ਸਾਈਨ ਕਿਹੜਾ ਰਹੂਗਾ, ਜਿਹੜਾ ਵੱਡਾ। ਅਤੇ ਜੇ ਆਹ ਵੱਡਾ ਹੋਊਗਾ ਤਾਂ ਮਾਈਨਸ ਆਊਗਾ ਆਪਣੇ ਕੋਲ, ਜੇ ਆਹ ਵੱਡਾ ਹੋਊਗਾ ਤਾਂ ਪਲੱਸ ਆਊਗਾ। ਠੀਕ ਹੈ, ਜਦੋਂ ਇਹਦੀ ਵੈਲਿਊ ਪਲੱਸ ਦੀ ਹੈ ਤਾਂ ਇਹਨੂੰ ਇੰਨਾ ਕੁ ਵੱਡਾ ਹੋਣਾ ਪਊਗਾ ਵੀ ਇਹਦੀ ਵੈਲਿਊ ਇਹਦੇ ਨਾਲੋਂ ਵੱਧ ਜੇ।
ठीक है। तो एस की डेल्टा एस की वैल्यू जी है वो बहुत ज़्यादा लार्ज चाहिए एंडोथर्मिक रिएक्शनस वास्ते। हुण डेल्टा एस की है, एंट्रोपी देखो की है, एंट्रोपी ਨੂੰ ਆਪਾਂ ਰਿਐਕਸ਼ਨ ਦੇ ਵਿੱਚ ਕਿਵੇਂ ਡਿਫਾਈਨ ਕਰ ਸਕਦੇ ਹਾਂ। ਮੰਨ ਲਓ ਇੱਕ ਰਿਐਕਸ਼ਨ ਹੋ ਰਹੀ ਹੈ ਜਿਹਦੇ ਵਿੱਚ ਦੋ ਰਿਐਕਟੈਂਟ ਨੇ ਆਪਣੇ ਕੋਲੇ, ਪ੍ਰੋਡਕਟ 3 ਬਣ ਰਹੇ ਨੇ, ਠੀਕ ਹੈ। ਤਾਂ ਪਹਿਲਾਂ ਰਿਐਕਸ਼ਨ ਦੀ ਸਟਾਰਟਿੰਗ ਦੇ ਵਿੱਚ ਆਪਣੇ ਕੋਲੇ 2 ਮੋਲੀਕਿਊਲਸ ਸੀਗੇ, ਬਾਅਦ ਦੇ ਵਿੱਚ ਆਪਣੇ ਕੋਲ 3 ਬਣ ਗਏ, ਠੀਕ ਹੈ। ਐਂਟਰੋਪੀ ਕੀ ਹੁੰਦੀ ਹੈ? ਐਂਟਰੋਪੀ ਜਾਂ ਕਹਿ ਲਓ ਰੈਂਡਮਨੈਸ ਹੁੰਦੀ ਹੈ ਵੀ ਮੋਲੀਕਿਊਲ ਕਿੰਨੀ ਛੇਤੀ ਜਾਂ ਕਿੰਨੀ ਫਰੀਲੀ ਮੂਵ ਕਰ ਸਕਦੇ ਨੇ, ਠੀਕ ਹੈ। ਕਿੰਨੀ ਮਤਲਬ ਤੇਜ਼ੀ ਨਾਲ ਜਾਂ ਕਿੰਨੀ ਖੁੱਲ੍ਹ ਨਾਲ ਉਹ ਘੁੰਮ ਸਕਦੇ ਨੇ। ਤਾਂ 2 ਮੋਲੀਕਿਊਲਸ ਨੇ ਜਿਹੜੇ, ਮੰਨ ਲਓ ਤੁਹਾਡੇ ਕੋਲ ਜਿੰਨਾ ਕੁ ਥਾਂ ਹੈ ਉੱਥੇ 2 ਮੋਲੀਕਿਊਲਸ ਘੁੰਮਦੇ ਸੀ, ਫਿਰ ਉਸ ਤੋਂ ਬਾਅਦ 3 ਮੋਲੀਕਿਊਲਸ ਹੋ ਗਏ, ਤਾਂ ਉੱਥੇ ਰੈਂਡਮਨੈਸ ਹੈ ਜਿਹੜੀ ਉਹ ਵੱਧ ਗਈ, ਠੀਕ ਹੈ, ਜਾਂ ਐਂਟਰੋਪੀ ਇਨਕਰੀਜ਼ ਹੋ ਗਈ। ਹੁਣ ਇੱਕ ਇਹੋ ਜਿਹੀ ਰਿਐਕਸ਼ਨ ਸੀ ਜਿਹਦੇ ਵਿੱਚ ਪਹਿਲਾਂ 2 ਸੀ ਰਿਐਕਟੈਂਟ, ਪ੍ਰੋਡਕਟ ਇੱਕੋ ਹੀ ਰਹਿ ਗਿਆ, ਤਾਂ ਉੱਥੇ ਰੈਂਡਮਨੈਸ ਘੱਟ ਗਈ, ਐਂਟਰੋਪੀ ਘੱਟ ਗਈ, ਠੀਕ ਹੈ। ਉੱਥੇ ਐਂਟਰੋਪੀ ਦੀ ਨੈਗੇਟਿਵ ਵੈਲਿਊ ਹੋਊਗੀ। ਜਿੱਥੇ ਨੰਬਰ ਆਫ ਪ੍ਰੋਡਕਟਸ ਨੇ ਜਿਹੜੇ ਉਹ ਵੱਧ ਹੋਣਗੇ ਨੰਬਰ ਆਫ ਰਿਐਕਟੈਂਟਸ ਨਾਲੋਂ, ਉੱਥੇ ਐਂਟਰੋਪੀ ਜਿਹੜੀ ਹੈ ਉਹ ਪਲੱਸ ਦੀ ਆਊਗੀ। ਜਿੱਥੇ ਨੰਬਰ ਆਫ ਪ੍ਰੋਡਕਟਸ ਘੱਟ ਹੋਣਗੇ ਰਿਐਕਟੈਂਟਸ ਨਾਲੋਂ, ਉੱਥੇ ਐਂਟਰੋਪੀ ਨੈਗੇਟਿਵ ਆਊਗੀ। ਤਾਂ ਇਹ 2 ਚੀਜ਼ਾਂ ਦੇਖਣੀਆਂ ਨੇ ਆਪਾਂ। ਨੈਕਸਟ ਹੈ ਆਪਣੇ ਕੋਲ ਟ੍ਰਾਂਜੀਸ਼ਨ ਸਟੇਟ ਥਿਊਰੀ। ਟ੍ਰਾਂਜੀਸ਼ਨ ਸਟੇਟ ਥਿਊਰੀ ਹੈ ਜਿਹੜੀ, ਪਹਿਲੀ ਥਿਊਰੀ ਸੀ ਆਪਣੇ ਕੋਲ ਕੋਲੀਜ਼ਨ ਥਿਊਰੀ ਦੇ ਵਿੱਚ ਆਪਾਂ ਕੀ ਕਿਹਾ ਸੀ, ਕਿਸੇ ਵੀ ਕੈਮੀਕਲ ਰਿਐਕਸ਼ਨ ਨੂੰ ਹੋਣ ਦੇ ਲਈ ਰਿਐਕਟੈਂਟਸ ਅਤੇ ਮੋਲੀਕਿਊਲਸ ਨੂੰ ਆਪਸ ਦੇ ਵਿੱਚ ਪ੍ਰੋਪਰ ਓਰੀਐਂਟੇਸ਼ਨ ਅਤੇ ਪ੍ਰੋਪਰ ਐਨਰਜੀ ਦੇ ਨਾਲ ਟਕਰਾਉਣਾ ਪਊਗਾ, ਠੀਕ ਹੈ। ਹੁਣ ਟ੍ਰਾਂਜੀਸ਼ਨ ਸਟੇਟ ਥਿਊਰੀ ਕੀ ਹੈ? ਟ੍ਰਾਂਜੀਸ਼ਨ ਹੈਗੀਆਂ ਦੋਨੇ ਥਿਊਰੀਆਂ ਹੀ ਲੱਗਦੀਆਂ ਨੇ ਰਿਐਕਸ਼ਨ ਦੇ ਵਿੱਚ, ਪਰ ਇਸ ਥਿਊਰੀ ਦਾ ਕੀ ਮੇਨ ਮੋਟਿਵ ਹੈ? ਇਸ ਥਿਊਰੀ ਦੇ ਵਿੱਚ ਆਪਾਂ ਕੀ ਕਰਨਾ, ਐਨਰਜੀ ਨਾਲ ਡੀਲ ਕਰਨਾ ਸਿਰਫ, ਠੀਕ ਹੈ। ਇਹਦੇ ਵਿੱਚ ਓਰੀਐਂਟੇਸ਼ਨ ਫੈਕਟਰ ਨਹੀਂ ਹੈਗਾ। ਹੁਣ ਇਹਦੇ ਵਿੱਚ ਕੀ ਹੈਗਾ ਵੀ ਇਸ ਥਿਊਰੀ ਦੇ ਅਕੋਰਡਿੰਗ ਜਿਹੜੇ ਰਿਐਕਟੈਂਟ ਦੇ ਮੋਲੀਕਿਊਲਸ ਨੇ, ਠੀਕ ਹੈ, ਪਹਿਲਾਂ ਇੰਟਰੈਕਟ ਕਰਦੇ ਨੇ ਇੱਕ ਦੂਸਰੇ ਨਾਲ, ਉਸ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਅਨਸਟੇਬਲ ਮੋਲੀਕਿਊਲ ਬਣਾ ਦਿੰਦੇ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਟ੍ਰਾਂਜੀਸ਼ਨ ਸਟੇਟ। ਟ੍ਰਾਂਜੀਸ਼ਨ ਹੁੰਦਾ ਐਕਚੁਅਲੀ, ਟ੍ਰਾਂਜੀਸ਼ਨ ਦਾ ਮਤਲਬ ਹੈ ਵੀ ਇੱਕ ਸਟੇਟ ਤੋਂ ਦੂਸਰੀ ਸਟੇਟ ਦੇ ਵਿੱਚ ਜਾਣਾ, ਜਾਂਦੇ ਹੋਏ ਵਿੱਚ ਵਿਚਾਲੇ ਖੜ੍ਹ ਜਾਣਾ, ਠੀਕ ਹੈ। ਅਤੇ ਟ੍ਰਾਂਜ਼ਿਟ ਹੁੰਦਾ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾਣਾ, ਟ੍ਰਾਂਜੀਸ਼ਨ ਮਤਲਬ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਦੋਂ ਜਾ ਰਹੇ ਹਾਂ ਵਿੱਚ ਵਿਚਾਲੇ ਰੁਕ ਗਏ, ਠੀਕ ਹੈ। ਤਾਂ ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਟ੍ਰਾਂਜੀਸ਼ਨ ਸਟੇਟ ਮਤਲਬ ਰਿਐਕਟੈਂਟਸ ਤੋਂ ਪ੍ਰੋਡਕਟਸ ਦੇ ਵਿੱਚ ਜਦੋਂ ਕੋਈ ਵੀ ਚੀਜ਼ ਕਨਵਰਟ ਹੁੰਦੀ ਹੈ, ਵਿੱਚ ਵਿਚਾਲੇ ਜਿਹੜੀ ਉਹਦੀ ਸਟੇਜ ਹੁੰਦੀ ਹੈ ਉਸਨੂੰ ਆਪਾਂ ਕਹਾਂਗੇ ਟ੍ਰਾਂਜੀਸ਼ਨ ਸਟੇਟ, ਠੀਕ ਹੈ। ਤਾਂ ਇੱਕ ਅਨਸਟੇਬਲ ਮੋਲੀਕਿਊਲ ਬਣਦਾ ਵਿੱਚ ਵਿਚਾਲੇ, ਉਸਨੂੰ ਆਪਾਂ ਕਹਿੰਦੇ ਹਾਂ ਟ੍ਰਾਂਜੀਸ਼ਨ ਸਟੇਟ, ਠੀਕ ਹੈ। ਇਹਦਾ ਲਾਈਫ ਟਾਈਮ ਬਹੁਤ ਥੋੜ੍ਹਾ ਹੋਊਗਾ ਕਿਉਂਕਿ ਇਹ ਬਹੁਤ ਜ਼ਿਆਦਾ ਅਨਸਟੇਬਲ ਹੁੰਦਾ, ਤਾਂ ਈਜ਼ੀਲੀ ਜਿਹੜਾ ਹੈ ਇਹ ਟੁੱਟ ਕੇ ਪ੍ਰੋਡਕਟ ਬਣਾ ਦੂਗਾ, ਠੀਕ ਹੈ, ਵਿੱਚ ਯੀਲਡ ਪ੍ਰੋਡਕਟਸ, ਬਾਅਦ ਦੇ ਵਿੱਚ ਪ੍ਰੋਡਕਟ ਬਣਾ ਦੂਗਾ। ਟ੍ਰਾਂਜੀਸ਼ਨ ਸਟੇਟ ਹੈ ਜਿਹੜੀ, ਠੀਕ ਹੈ, ਉਹਦੇ ਵਿੱਚ ਬੌਂਡ ਜਿਹੜੇ ਨੇ ਉਹ ਕੰਪਲੀਟ ਨਹੀਂ ਹੁੰਦੇ, ਮਤਲਬ ਇੱਦਾਂ ਨਹੀਂ ਫੁੱਲੀ ਬੌਂਡ ਨੇ ਉਹਦੇ ਵਿੱਚ ਪਾਰਸ਼ੀਅਲ ਬੌਂਡ ਹੁੰਦੇ ਨੇ, ਜਾਂ ਫਿਰ ਮਤਲਬ ਜਿਵੇਂ ਇੱਕ ਬੌਂਡ ਟੁੱਟ ਰਿਹਾ ਤਾਂ ਉਹਦਾ ਅੱਧਾ ਟੁੱਟਿਆ ਹੋਇਆ ਹੋਊਗਾ, ਅੱਧਾ ਹੋਊਗਾ ਉਹ ਜਿਹੜਾ ਬਣ ਰਿਹਾ ਉਹ ਅੱਧਾ ਬਣਿਆ ਹੋਇਆ ਹੋਊਗਾ, ਅੱਧਾ ਬਾਅਦ ਦੇ ਵਿੱਚ ਬਣੂਗਾ, ਠੀਕ ਹੈ। ਜਿਵੇਂ ਫੋਰ ਐਗਜ਼ਾਮਪਲ ਸਿੰਪਲ ਜੇ ਆਪਾਂ ਐਗਜ਼ਾਮਪਲ ਲੈ ਲਈਏ ਇਹਦੇ ਵਿੱਚ, ਤਾਂ ਉਹਦੇ ਵਿੱਚ ਕੀ ਆ ਜਾਊਗਾ ਆਪਣੇ ਕੋਲ, ਮੰਨ ਲਓ ਕੋਈ ਰਿਐਕਸ਼ਨ ਹੈ ਆਪਣੇ ਕੋਲ ਜਿਹਦੇ ਵਿੱਚ ਇੱਕ ਮੋਲੀਕਿਊਲ ਹੈ A, ਇੱਕ ਐਟਮ ਹੈ A, ਇੱਕ ਮੋਲੀਕਿਊਲ ਹੈ B ਅਤੇ C, ਠੀਕ ਹੈ। ਦੋਨੇ ਮਿਲ ਕੇ ਉਸ ਤੋਂ ਬਾਅਦ B ਹੈ ਜਿਹੜਾ C ਨਾਲ ਲੁੱਟ ਕੇ A ਨਾਲ ਜੁੜ ਜਾਂਦਾ, ਠੀਕ ਹੈ। C ਇਕੱਲਾ ਰਹਿ ਜਾਂਦਾ, A ਅਤੇ B ਜੁੜ ਜਾਂਦੇ ਨੇ, AB ਦਾ ਮੋਲੀਕਿਊਲ ਬਣ ਜਾਂਦਾ, C ਐਟਮ ਇਕੱਲਾ ਰਹਿ ਜਾਂਦਾ, ਠੀਕ ਹੈ। ਹੁਣ ਇਸ ਰਿਐਕਸ਼ਨ ਦੇ ਵਿੱਚ ਜਦੋਂ ਦੇਖਾਂਗੇ ਤਾਂ ਪਹਿਲਾਂ ਰਿਐਕਟੈਂਟਸ ਦੋਨੇ ਮਿਲਣਗੇ, ਮਿਲਣ ਦੇ ਵਿੱਚ ਹੋ ਕੀ ਰਿਹਾ, ਇੱਥੇ B ਦਾ C ਨਾਲ ਬੌਂਡ ਹੈ, ਇੱਥੇ B ਦਾ A ਨਾਲ ਬੌਂਡ ਬਣ ਜਾਂਦਾ, ਤਾਂ ਵਿੱਚ ਵਿਚਾਲੇ ਕੀ ਹੋਊਗਾ, B ਦਾ A ਨਾਲ ਅੱਧਾ ਬੌਂਡ ਬਣੂਗਾ, ਅੱਧਾ ਬੌਂਡ ਹੈ ਜਿਹੜਾ C ਨਾਲੋਂ ਟੁੱਟ ਜੂਗਾ, ਠੀਕ ਹੈ। ਤਾਂ ਆਹ ਜਿਹੜੀ ਹੋ ਗਈ ਇਹਦੀ ਟ੍ਰਾਂਜੀਸ਼ਨ ਸਟੇਟ ਹੋ ਗਈ, A ... B ... ਡਾਟ ਨੇ ਜਿਹੜੇ ਉਹ ਰਿਪਰਜੈਂਟ ਕਰਦੇ ਨੇ ਵੀ ਬੌਂਡ ਨਾ ਕੰਪਲੀਟਲੀ ਬਣਿਆ ਹੋਇਆ ਨਾ ਕੰਪਲੀਟਲੀ ਟੁੱਟਿਆ ਹੋਇਆ, ਠੀਕ ਹੈ। ਤਾਂ ਇਹ ਜਿਹੜੀ ਹੋਊਗੀ ਇਸ ਤਰ੍ਹਾਂ ਆਪਾਂ ਇਹਨੂੰ ਟ੍ਰਾਂਜੀਸ਼ਨ ਸਟੇਟ ਨੂੰ ਰਿਪਰਜੈਂਟ ਕਰ ਸਕਦੇ ਹਾਂ, ਠੀਕ ਹੈ। ਹੁਣ ਜਦੋਂ ਆਪਾਂ ਐਨਰਜੀ ਡਾਇਗਰਾਮ ਪੜ੍ਹੀ ਸੀ, ਠੀਕ ਹੈ, ਪਿਛਲੀ ਵੀਡੀਓ ਦੇ ਵਿੱਚ ਜਿਵੇਂ, ਤਾਂ ਉੱਥੇ ਆਪਾਂ ਕੀ ਦੇਖਿਆ, ਜਿਵੇਂ ਆਹ ਐਨਰਜੀ ਡਾਇਗਰਾਮ ਸੀ, ਇੱਥੇ ਰਿਐਕਟੈਂਟ ਸੀਗੇ, ਹੰਪ ਜਿਹਾ ਬਣਦਾ ਸੀ, ਪ੍ਰੋਡਕਟ ਬਣ ਜਾਂਦੇ ਸੀ, ਠੀਕ ਹੈ। ਹੁਣ ਜਿਹੜਾ ਆਹ ਹੰਪ ਬਣਦਾ ਸੀ ਇਹ ਕੀ ਸੀਗਾ, ਇਹੀ ਟ੍ਰਾਂਜੀਸ਼ਨ ਸਟੇਟ ਹੈ, ਠੀਕ ਹੈ। ਇਹ ਜਿਹੜਾ ਹੰਪ ਹੈ ਇਹ ਕੀ ਹੈ, ਐਨਰਜੀ ਆਫ ਟ੍ਰਾਂਜੀਸ਼ਨ ਸਟੇਟ। ਇੱਥੇ ਆਪਾਂ ਕੀ ਕਿਹਾ ਸੀਗਾ ਵੀ ਇੰਨੀ ਐਨਰਜੀ ਜਿਹੜੀ ਇਹ ਐਨਰਜੀ ਹੈ, ਦਿਸ ਐਨਰਜੀ ਇਜ਼ ਥ੍ਰੈਸ਼ਹੋਲਡ ਐਨਰਜੀ, ਇੰਨੀ ਐਨਰਜੀ ਰਿਐਕਟੈਂਟ ਦੇ ਮੋਲੀਕਿਊਲਸ ਨੂੰ ਚਾਹੀਦੀ ਹੈ ਪ੍ਰੋਡਕਟਸ ਦੇ ਵਿੱਚ ਕਨਵਰਟ ਹੋਣ ਲਈ, ਠੀਕ ਹੈ। ਜਾਂ ਇੱਦਾਂ ਕਹਿ ਲਓ ਵੀ ਪਹਾੜ 'ਤੇ ਚੜ੍ਹਨਾ ਪਊਗਾ ਪਹਿਲਾਂ ਦੂਸਰੇ ਪਾਸੇ ਜਾਣ ਦੇ ਲਈ, ਠੀਕ ਹੈ, ਇੱਕ ਤਰੀਕੇ ਨਾਲ। ਅਤੇ ਜਿਹੜਾ ਇਹ ਹੰਪ ਸੀਗਾ ਇਹੀ ਹੰਪ ਹੈ, ਇਹ ਹੰਪ ਕੀ ਹੈ, ਟ੍ਰਾਂਜੀਸ਼ਨ ਸਟੇਟ ਹੈ ਇੱਕ ਤਰ੍ਹਾਂ ਨਾਲ, ਠੀਕ ਹੈ। ਤਾਂ ਹੁਣ ਦੇਖੋ ਇਹਦੀ ਟ੍ਰਾਂਜੀਸ਼ਨ ਸਟੇਟ ਦੀ ਐਨਰਜੀ ਬਹੁਤ ਜ਼ਿਆਦਾ ਵੱਧ ਹੈ ਐਜ਼ ਕੰਪੇਅਰ ਟੂ ਰਿਐਕਟੈਂਟ ਅਤੇ ਪ੍ਰੋਡਕਟਸ ਦੇ, ਠੀਕ ਹੈ। ਆਪਾਂ ਕੀ ਪੜ੍ਹਿਆ ਸੀ ਕੈਮਿਸਟਰੀ ਦੇ ਵਿੱਚ, ਐਨਰਜੀ ਇਜ਼ ਡਾਇਰੈਕਟਲੀ ਇਨਵਰਸਲੀ ਪ੍ਰਪੋਰਸ਼ਨਲ ਟੂ
एनर्जी इज़ इनवर्सली प्रोपोर्शनल टू स्टेबिलिटी, ठीक है, क्योंकि ਇਹਦੀ एनर्जी बहुत ज़्यादा ਵੱਧ है तो स्टेबिलिटी बहुत ज़्यादा घट होगी ਇਹਦੀ, ਤਾਂ ਇਹ बहुत ज़्यादा अनस्टेबल होगा ਜਿਹੜਾ ट्रांजिशन स्टेट बनी है। ਹੁਣ बहुत ज़्यादा अनस्टेबल है तो ये की करूँगा डिसोशीएट होकर ईजिली प्रोडक्ट्स बना दूगा, ठीक है। इसे करके ਇਹਦਾ ਜਿਹੜਾ टाइम पीरियड है ਜਾਂ लाइफ टाइम है वो बहुत ज़्यादा घट होता है, ठीक है। उस तो बाद इस डायग्राम ਦੇ ਵਿੱਚ ਆਪਾਂ ਜਦੋਂ ਦੇਖਦੇ ਹਾਂ ਰੈਕਟੈਂਟਸ ਤੋਂ ਪਹਿਲਾਂ ट्रांजिशन स्टेट ਬਣਦੀ ਆ A+B ਸੀਗਾ, ABC ਬਣ ਗਿਆ AB+C ਬਣ ਗਿਆ, ठीक है। ਰੈਕਟੈਂਟਸ ਤੋਂ ਪਹਿਲਾਂ ट्रांजिशन स्टेट ਬਣੀ, ट्रांजिशन स्टेट ਤੋਂ ਬਾਅਦ ਦੇ ਵਿੱਚ ਪ੍ਰੋਡਕਟ ਬਣ ਗਏ, ठीक है। ਇਹਦੇ ਵਿੱਚ ਦੋ ਟਰਮਾਂ ਆਈਆਂ ਡੈਲਟਾ ਜੀ, ਇਸ ਨੂੰ ਆਪਾਂ ਬੋਲਦੇ ਹਾਂ ਡਬਲ ਡੈਗਰ, ठीक है। ਇੱਥੇ ਮੈਂ ਲਿਖ ਵੀ ਦਿੱਤਾ ਹੈ ਡਬਲ ਡੈਗਰ, ਇਸ ਨੂੰ ਆਪਾਂ ਬੋਲਦੇ ਹਾਂ ਡਬਲ ਡੈਗਰ। ਇਹ ਚੀਜ਼ ਹੈ ਜਿਹੜੀ ਇਹ ਰਿਪਰੈਜ਼ੈਂਟ ਕਰਦੀ ਹੈ ਐਕਟੀਵੇਟਡ ਕੰਪਲੈਕਸ ਨੂੰ ਜਾਂ ਐਕਟੀਵੇਟਡ ਮਤਲਬ ਐਕਟੀਵੇਸ਼ਨ ਦੇ ਵਿੱਚ ਕੋਈ ਵੀ ਪੈਰਾਮੀਟਰ ਯੂਜ਼ ਹੋਊਗਾ, ਚਾਹੇ G ਲਾ ਲਓ, ਚਾਹੇ H, ਚਾਹੇ T, ਚਾਹੇ S, ਕੁਛ ਵੀ ਲਗਾ ਲਓ। ਜੇ ਐਕਟੀਵੇਟਡ ਸਟੇਟ ਦੇ ਵਿੱਚ ਹੋਊਗਾ ਤਾਂ ਉੱਥੇ ਆਪਾਂ ਡਬਲ ਡੈਗਰ ਪਾਵਾਂਗੇ, ਠੀਕ ਹੈ। ਅਤੇ ਟ੍ਰਾਂਜੀਸ਼ਨ ਸਟੇਟ ਦੇ ਵਿੱਚ ਹੀ ਸਿਰਫ ਇਹਨੂੰ ਆਪਾਂ ਯੂਜ਼ ਕਰਾਂਗੇ, ਰਿਐਕਟੈਂਟਸ ਜਾਂ ਪ੍ਰੋਡਕਟਸ ਦੇ ਵਿੱਚ ਇਹਨਾਂ ਨੂੰ ਇਸ ਚੀਜ਼ ਨੂੰ ਯੂਜ਼ ਨਹੀਂ ਕਰਾਂਗੇ, ठीक है। तो डेल्टा G डबल डैगर इज़ फ्री एनर्जी चेंज ऑफ एक्टिवेशन, डेल्टा G नॉट इज़ नैट फ्री एनर्जी चेंज ऑफ सिंगल स्टैप रिएक्शन, ठीक है। मान लो रिएक्टेंट सीधे प्रोडक्ट्स के विच कन्वर्ट हो रहे हैं तो रिएक्टेंट्स की एनर्जी माइनस प्रोडक्ट की एनर्जी दैट इज़ इक्वल टू डेल्टा G नॉट, ठीक है। पर जे रिएक्टेंट्स पहला ट्रांजिशन स्टेट के विच जा रहे हैं फिर प्रोडक्ट्स के विच आ रहे हैं तो जिन्नी ट्रांजिशन स्टेट की एनर्जी होगी माइनस जिन्नी रिएक्टेंट्स की एनर्जी होगी दैट इज़ इक्वल टू डेल्टा G डबल डैगर, ठीक है। इस एनर्जी में आप की कहांगे एक्टिवेशन एनर्जी, ठीक है। आप पिछली वो भी पढ़ी सी गलीजन थ्योरी भी, ठीक है। पर क्योंकि एक्टिवेशन एनर्जी सी वो इतने क्योंकि G है तो ये की हो जाऊगा फ्री एनर्जी ऑफ एक्टिवेशन या फिर एक्टिवेशन फ्री एनर्जी, ठीक है। उस तो बाद डेल्टा G ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, डेल्टा G डबल डैगर इज़ इक्वल टू डेल्टा H डबल डैगर माइनस T डेल्टा S डबल डैगर, ठीक है। ਹੁਣ ਇੱਥੇ H ਕੀ ਹੈ एंथैल्पी ਤੇ S ਕੀ ਆ एंट्रोपी, ਉਹੀ ਚੀਜ਼ਾਂ ਪਹਿਲਾਂ ਆਉਣੀਆਂ, ठीक है। ਹੁਣ ਜਿਹੜੀ ਆਹ ਡਾਇਗਰਾਮ ਹੈ ਉਸ ਤੋਂ ਬਾਅਦ ਜਿਹੜੀ ਆਹ ਡਾਇਗਰਾਮ ਹੈ ਜਿੱਥੇ ਰਿਐਕਟੈਂਟਸ ਦੀ एनर्जी ਵੀ ਹੋਵੇ, ਪ੍ਰੋਡਕਟਸ ਦੀ एनर्जी ਵੀ ਹੋਵੇ, ट्रांजिशन स्टेट ਦੀ एनर्जी ਵੀ ਹੋਵੇ ਅਤੇ ਸਾਰੀਆਂ ਐਨਰਜੀਜ਼ ਦੇ ਵਿੱਚ ਡਿਫਰੈਂਸ ਹੈ ਜਿਹੜਾ ਉਹ ਵੀ ਦਿੱਤਾ ਹੋਵੇ, ਮਤਲਬ ਸਾਰੀ ਤਰ੍ਹਾਂ ਦੀਆਂ ਐਨਰਜੀਜ਼ ਜਿੰਨੀਆਂ ਐਨਰਜੀਆਂ ਚੇਂਜ ਹੋ ਰਹੀਆਂ ਨੇ ਅਤੇ ਜਿੰਨੀਆਂ ਚੀਜ਼ਾਂ ਉਹਦੇ ਵਿੱਚ ਹੁੰਦੀਆਂ ਨੇ ਰਿਐਕਟੈਂਟਸ, ਪ੍ਰੋਡਕਟਸ, ਇੰਟਰਮੀਡੀਏਟ ਜਾਂ ट्रांजिशन स्टेट ਸਾਰਿਆਂ ਦੀ ਐਨਰਜੀ ਆਪਣੇ ਕੋਲ ਦਿਖਾਈ ਵੀ ਹੋਵੇ। ਇਹੋ ਜਿਹੀ ਜਿਹੜੀ ਡਾਇਗਰਾਮ ਹੋਊਗੀ ਉਸਨੂੰ ਆਪਾਂ ਕਹਾਂਗੇ ਐਨਰਜੀ ਡਾਇਗਰਾਮ ਜਾਂ ਫਿਰ ਐਨਰਜੀ ਪ੍ਰੋਫਾਈਲ, ठीक है। ਇਹਨੂੰ ਕਈ ਵਾਰੀ एनर्जी प्रोफाइल डायग्राम भी कह ਦਿੰਦੇ ਨੇ, ठीक है। ਹੁਣ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖੋ, ਜਿੰਨੀ ਜਿਵੇਂ ਆਪਾਂ ਐਕਟੀਵੇਸ਼ਨ ਐਨਰਜੀ 'ਚ ਪੜ੍ਹਿਆ ਸੀ, ਜਿੰਨੀ ਡੈਲਟਾ G ਡਬਲ ਡੈਗਰ ਦੀ ਵੈਲਿਊ ਘੱਟ ਹੋਊਗੀ ਓਨਾ ਹੀ ਈਜ਼ੀਲੀ ਰਿਐਕਟੈਂਟਸ ਨੂੰ ਓਨੀ ਛੇਤੀ ਉਹ ਐਨਰਜੀ ਮਿਲ ਜੂਗੀ ਅਤੇ ਓਨੀ ਫਾਸਟ ਰਿਐਕਸ਼ਨ ਹੋਊਗੀ। ਜਿੰਨੀ ਇਹਦੀ ਵੈਲਿਊ ਵੱਧ ਹੋਊਗੀ ਓਨੀ ਹੀ ਸਲੋ ਰੇਟ 'ਤੇ ਰਿਐਕਟੈਂਟਸ ਨੂੰ ਉਹ ਐਨਰਜੀ ਮਿਲੂਗੀ ਅਤੇ ਓਨੀ ਹੀ ਸਲੋ ਜਿਹੜੀ ਹੈ ਉਹ ਰਿਐਕਸ਼ਨ ਹੋਊਗੀ, ਠੀਕ ਹੈ। ਤਾਂ ਗ੍ਰੇਟਰ ਦਾ ਵੈਲਿਊ ਆਫ ਡੈਲਟਾ G ਡਬਲ ਡੈਗਰ ਸਲੋਅਰ ਇਜ਼ ਦਾ ਰਿਐਕਸ਼ਨ, ਜਿੰਨੀ ਵੱਧ ਵੈਲਿਊ ਹੋਊਗੀ ਉਹਨਾਂ ਵੱਧ ਟਾਈਮ ਲੱਗੂਗਾ ਰਿਐਕਟੈਂਟਸ ਨੂੰ, ਜਿੰਨੀ ਘੱਟ ਵੈਲਿਊ ਹੋਊਗੀ ਉਹਨਾਂ ਘੱਟ ਟਾਈਮ ਲੱਗੂਗਾ, ਤਾਂ ਉਨੀ ਹੀ ਜਿਹੜੀ ਹੈ ਫਾਸਟ ਰਿਐਕਸ਼ਨ ਹੋਊਗੀ। ਲੈਸਰ ਦਾ ਵੈਲਿਊ ਆਫ ਡੈਲਟਾ G ਡਬਲ ਡੈਗਰ ਫਾਸਟ ਇਜ਼ ਦਾ ਰਿਐਕਸ਼ਨ, ਠੀਕ ਹੈ। ਨੈਕਸਟ ਹੈ ਐਨਰਜੀ ਡਾਇਗਰਾਮ ਆਫ ਮਲਟੀ ਸਟੈਪ ਰਿਐਕਸ਼ਨ। ਇਹ ਜਿਹੜੀ ਰਿਐਕਸ਼ਨ ਸੀ ਇਹਦੇ ਵਿੱਚ ਕੀ ਸੀ, ਰਿਐਕਟੈਂਟਸ ਸੀ ਜਿਹੜੇ ਟ੍ਰਾਂजिशन ਸਟੇਟ ਦੇ ਵਿੱਚ ਜਾਂਦੇ ਸੀ, ट्रांजिशन स्टेट तो बाद प्रोडक्ट्स के कन्वर्ट हो जाते, मतलब सिंगल स्टैप रिएक्शन सी, इक्को स्टैप के ट्रांजिशन स्टेट बन के प्रोडक्ट बन जाते सी, ठीक है। पर जो कोई रिएक्शन हुण ऑर्गेनिक केमिस्ट्री की होंदा ज़्यादातर रिएक्शनां ने जिहड़ियां वो एक तो वध स्टैप्स दे विच होंदियां ने, मतलब पहला एक स्टैप दे विच उहदे विच कुछ बनदा, उस तो बाद वो चीज़ दूसरे स्टैप दे विच प्रोडक्ट्स दे विच कन्वर्ट होंदी है, ठीक है। तो इहो जिहियां जिहड़ियां रिएक्शनस ने जिहड़ियां मल्टी स्टैप रिएक्शनस होंदियां ने अपने कोले, ਇਹ ਜਿਹੜੀਆਂ ਰਿਐਕਸ਼ਨਸ ਨੇ ਇਹਨਾਂ ਨੂੰ ਆਪਾਂ टू सिंगल स्टैप रिएक्शन के तौर पर आप स्टडी कर सकते हैं। मतलब इन्हों के आप की करांगे, पहला एनर्जी प्रोफाइल जी है वो पहले स्टैप की बनावांगे, फिर एनर्जी प्रोफाइल दूसरे स्टैप की बनावांगे, दोनों जोड़ देंगे, ठीक है। तो अपने को ओवरऑल जी रिएक्शन है वो एनर्जी प्रोफाइल है जी या एनर्जी डायग्राम है वो बन जूगी, ठीक है। तो हुण इन्हां रिएक्शन दे विच बेसिकली हुंदा की है, बेसिकली हुण नॉर्मल रिएक्शन दे विच की हुंदा, रिएक्टेंट्स, ट्रांजिशन स्टेट, प्रोडक्ट, ठीक है। हुण इत्थे की होगा, रिएक्शनस, ट्रांजिशन स्टेट, डैश, उस तो बाद डैश, ट्रांजिशन स्टेट, फिर प्रोडक्ट्स। हुण जिहड़ी ये डैश है इत्थे की होगा, इत्थे आऊगा इंटरमीडिएट। इंटरमीडिएट मतलब रिएक्शन जिहड़ी है चली पहला ट्रांजिशन स्टेट बनी उहदे विच, फिर एक थां ते रिएक्शन रुक गई, उस जिस थां ते रिएक्शन रुकी, ठीक है, उसनूं आपां कहांगे इंटरमीडिएट, मतलब विच विचाला उहदा
ਪਹਿਲਾਂ ਰਿਐਕਟੈਂਟਸ ਨੇ ਜਿਹੜੇ ਇੰਟਰਮੀਡੀਏਟ ਦੇ ਵਿੱਚ ਆਏ, ਠੀਕ ਹੈ, ਅਤੇ ਵਿੱਚ ਉਹ ਉਸ ਰਿਐਕਸ਼ਨ ਦਾ ਜਿਹੜਾ, ਠੀਕ ਹੈ, ਮਤਲਬ ਓਵਰਆਲ ਰਿਐਕਸ਼ਨ ਜਿੱਥੇ ਪਰ ਨਹੀਂ ਖੜੀ ਉੱਥੇ ਹੋ ਗਈ ਟ੍ਰਾਂਜੀਸ਼ਨ ਸਟੇਟ 1, ਮਤਲਬ ਪਹਿਲਾਂ ਰਿਐਕਟੈਂਟਸ ਦੀ ਐਨਰਜੀ ਹਾਈ ਹੋਈ, ਟ੍ਰਾਂਜੀਸ਼ਨ ਸਟੇਟ 1 ਆਈ, ਫਿਰ ਐਨਰਜੀ ਲੋ ਹੋ ਗਈ, ਇੰਟਰਮੀਡੀਏਟ ਬਣ ਗਿਆ, ਫਿਰ ਐਨਰਜੀ ਹਾਈ ਹੋਈ, ਟ੍ਰਾਂਜੀਸ਼ਨ ਸਟੇਟ 2 ਆਈ, ਫਿਰ ਲੋ ਹੋ ਗਈ, ਫਿਰ ਉੱਥੇ ਪ੍ਰੋਡਕਟਸ ਬਣ ਗਏ, ਠੀਕ ਹੈ। ਤਾਂ ਦੋ ਰਿਐਕਸ਼ਨਸ ਦੇ ਵਿੱਚ ਜਿਹੜੀਆਂ ਇਹ ਰਿਐਕਸ਼ਨ ਮਤਲਬ 2 ਸਟੈਪ ਰਿਐਕਸ਼ਨ ਹੈ ਜਿਹੜੀ ਉਹ ਉੱਥੇ ਆਪਾਂ ਕੰਸੀਡਰ ਕੀਤੀ ਆ, ਉਹ ਇਸ ਤਰੀਕੇ ਨਾਲ ਜਿਹੜੀ ਇਹ ਰਿਐਕਸ਼ਨ ਹੋਊਗੀ, ਠੀਕ ਹੈ। ਆਪਾਂ 2 ਸਟੈਪਸ ਇੱਦਾਂ ਲਿਖ ਸਕਦੇ ਹਾਂ। ਸਟੈਪ 1 ਦੇ ਵਿੱਚ ਕੀ ਹੋਊਗਾ, ਰਿਐਕਟੈਂਟਸ ਚੇਂਜਸ ਟੂ ਟ੍ਰਾਂਜੀਸ਼ਨ ਸਟੇਟ 1 ਵਿਚ ਫਰਦਰ ਚੇਂਜਸ ਟੂ ਇੰਟਰਮੀਡੀਏਟ। ਅਗਲੇ ਸਟੈਪ ਦੇ ਵਿੱਚ ਕੀ ਹੋਊਗਾ, ਇੰਟਰਮੀਡੀਏਟ ਚੇਂਜਸ ਟੂ ਟ੍ਰਾਂਜੀਸ਼ਨ ਸਟੇਟ 2 ਵਿੱਚ ਫਰਦਰ ਚੇਂਜਸ ਟੂ ਪ੍ਰੋਡਕਟਸ, ਠੀਕ ਹੈ। ਹੁਣ ਇਹੋ ਜਿਹੀਆਂ ਰਿਐਕਸ਼ਨਸ ਦੇ ਵਿੱਚ ਆਪਾਂ ਪਹਿਲਾਂ ਪਹਿਲੇ ਸਟੈਪ ਦੀ ਐਨਰਜੀ ਪ੍ਰੋਫਾਈਲ ਡਾਇਗਰਾਮ ਡਰਾ ਕਰਾਂਗੇ, ਫਿਰ ਉਸ ਤੋਂ ਬਾਅਦ ਦੂਸਰੇ ਸਟੈਪ ਦੀ ਐਨਰਜੀ ਪ੍ਰੋਫਾਈਲ ਡਰਾ ਕਰਾਂਗੇ, ਫਿਰ ਦੋਨਾਂ ਨੂੰ ਆਪਾਂ ਜੋੜ ਦੇਵਾਂਗੇ, ਠੀਕ ਹੈ। ਜਿਵੇਂ ਹੁਣ ਇੱਥੇ ਦੇਖੋ, ਪਹਿਲਾਂ ਜਦੋਂ ਸਟੈਪ ਦੇਖਦੇ ਹਾਂ, ਰਿਐਕਟੈਂਟਸ ਨੇ ਜਿਹੜੇ ਟ੍ਰਾਂਜੀਸ਼ਨ ਸਟੇਟ 1 ਦੇ ਵਿੱਚ ਜਾਂਦੇ ਆ, ਅਤੇ ਇੰਟਰਮੀਡੀਏਟ ਮਤਲਬ ਰਿਐਕਟੈਂਟਸ ਦੀ ਐਨਰਜੀ ਜੇ ਦੇਖਿਆ ਜਾਵੇ, ਠੀਕ ਹੈ, ਤਾਂ ਹੋਊਗਾ ਕਿ ਇੱਥੇ ਆਪਣੇ ਕੋਲ ਪਹਿਲਾਂ ਰਿਐਕਟੈਂਟਸ ਦੀ ਐਨਰਜੀ ਹੈ ਜਿਹੜੀ, ਮੰਨ ਲਓ ਰਿਐਕਟੈਂਟਸ ਦੀ ਐਨਰਜੀ ਇਨਕਰੀਜ਼ ਹੋਈ, ਉੱਥੇ ਟ੍ਰਾਂਜੀਸ਼ਨ ਸਟੇਟ ਬਣ ਗਈ, ਠੀਕ ਹੈ। ਆਹ ਟ੍ਰਾਂਜੀਸ਼ਨ ਸਟੇਟ ਬਣ ਗਈ, ਫਿਰ ਇੰਟਰਮੀਡੀਏਟ ਬਣ ਗਿਆ। ਹੁਣ ਇੱਥੇ ਇੱਕ ਚੀਜ਼ ਦਾ ਧਿਆਨ ਰੱਖਣੀ, ਕਿਉਂਕਿ ਇੰਟਰਮੀਡੀਏਟ ਹੈ ਜਿਹੜਾ ਉਹ ਫਰਦਰ ਪ੍ਰੋਡਕਟਸ ਦੇ ਵਿੱਚ ਡਿਸੋਸ਼ੀਏਟ ਹੁੰਦਾ, ਤਾਂ ਇੰਟਰਮੀਡੀਏਟ ਦੀ ਐਨਰਜੀ ਹਮੇਸ਼ਾ ਰਿਐਕਟੈਂਟਸ ਦੀ ਐਨਰਜੀ ਤੋਂ ਉੱਪਰ ਰਹੂਗੀ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ, ਇੰਟਰਮੀਡੀਏਟ ਦੀ ਐਨਰਜੀ ਹਮੇਸ਼ਾ ਰਿਐਕਟੈਂਟਸ ਦੀ ਐਨਰਜੀ ਤੋਂ ਉੱਪਰ ਰਹੂਗੀ। ਕਿਉਂਕਿ ਜੇ ਇਹਦੀ ਐਨਰਜੀ ਨੀਚੇ ਆ ਗਈ ਤਾਂ ਉਹ ਪ੍ਰੋਡਕਟਸ ਹੀ ਬਣ ਗਏ, ਠੀਕ ਹੈ, ਫਿਰ ਉਹਨੂੰ ਫਰਦਰ ਰਿਐਕਸ਼ਨ ਕਰਨ ਦੀ ਲੋੜ ਹੀ ਨਹੀਂ ਹੈਗੀ, ਠੀਕ ਹੈ। ਤਾਂ ਹਮੇਸ਼ਾ ਇੰਟਰਮੀਡੀਏਟ ਦੀ ਐਨਰਜੀ ਹੈ ਜਿਹੜੀ ਰਿਐਕਟੈਂਟਸ ਦੀ ਐਨਰਜੀ ਤੋਂ ਉੱਪਰ ਰਹੂਗੀ। ਉਸ ਤੋਂ ਬਾਅਦ ਕੀ ਹੋਊਗਾ, ਦੂਸਰੀ ਟ੍ਰਾਂਜੀਸ਼ਨ ਸਟੇਟ ਆਊਗੀ, ਫਿਰ ਪ੍ਰੋਡਕਟਸ ਬਣਨਗੇ ਜਾ ਕੇ, ਠੀਕ ਹੈ। ਇੱਦਾਂ ਦੀ ਰਿਐਕਸ਼ਨ ਹੋਊਗੀ, ਮਤਲਬ ਆਹ ਚੀਜ਼ ਨਹੀਂ ਹੋਊਗੀ ਉੱਥੇ, ਠੀਕ ਹੈ। ਹੁਣ ਪਹਿਲੀ ਜਦੋਂ ਸਟੇਟ ਦੇਖਦੇ ਹਾਂ ਰਿਐਕਟੈਂਟਸ ਤੋਂ, ਹੁਣ ਇਹ ਜਿਹੜੀਆਂ, ਕਿਉਂਕਿ ਟ੍ਰਾਂਜੀਸ਼ਨ ਸਟੇਟ ਪਹਿਲੀ ਅਤੇ ਦੂਸਰੀ ਦੋ ਟ੍ਰਾਂਜੀਸ਼ਨ ਸਟੇਟ ਬਣ ਗਈਆਂ, ਤਾਂ ਕਈ ਕੇਸਿਸ ਦੇ ਵਿੱਚ ਕੀ ਹੋਊਗਾ, ਇਹਦੀ ਐਨਰਜੀ ਵੱਧ ਹੋਊਗੀ, ਕਈ ਕੇਸਿਸ ਦੇ ਵਿੱਚ ਇਹਦੀ ਐਨਰਜੀ ਵੱਧ ਹੋਊਗੀ, ਠੀਕ ਹੈ। ਤਾਂ ਉੱਥੇ 2 ਕੇਸ ਆਪਣੇ ਕੋਲ ਬਣ ਸਕਦੇ ਨੇ, ਜਿੱਥੇ ਪਹਿਲਾ ਕੇਸ ਜਿੱਥੇ ਇਹਦੀ ਐਨਰਜੀ ਵੱਧ ਹੈ, ਦੂਸਰਾ ਕੇਸ ਜਿੱਥੇ ਇਹਦੀ ਐਨਰਜੀ ਵੱਧ ਹੈ, ਠੀਕ ਹੈ। ਤਾਂ 2 ਤਰ੍ਹਾਂ ਦੇ ਡਾਇਗਰਾਮਸ ਆਪਣੇ ਕੋਲ ਬਣਨਗੀਆਂ। ਪਹਿਲੀ ਡਾਇਗਰਾਮ ਜਿਹੜੀ ਬਣੂਗੀ ਉਹਦੇ ਵਿੱਚ ਕੀ ਹੈ, ਰਿਐਕਟੈਂਟਸ ਪਹਿਲਾਂ ਟ੍ਰਾਂਜੀਸ਼ਨ ਸਟੇਟ 1 ਦੇ ਵਿੱਚ ਜਾਂਦੇ ਨੇ, ਜੋ ਅੱਗੇ ਇੰਟਰਮੀਡੀਏਟ ਦੇ ਵਿੱਚ ਕਨਵਰਟ ਹੋ ਜਾਂਦੀ ਹੈ, ਫਿਰ ਇੰਟਰਮੀਡੀਏਟਸ ਟ੍ਰਾਂਜੀਸ਼ਨ ਸਟੇਟ 2 ਦੇ ਵਿੱਚ ਜਾਂਦੇ ਨੇ, ਜੋ ਕਿ ਅੱਗੇ ਪ੍ਰੋਡਕਟਸ ਦੇ ਵਿੱਚ ਕਨਵਰਟ ਹੋ ਜਾਂਦੇ ਆ, ਠੀਕ ਹੈ। ਹੁਣ ਜਦੋਂ ਇਸ ਰਿਐਕਸ਼ਨ ਨੂੰ ਧਿਆਨ ਨਾਲ ਦੇਖੋਗੇ ਤਾਂ ਰਿਐਕਟੈਂਟਸ ਤੋਂ ਲੈ ਕੇ ਪਹਿਲਾਂ ਹਾਫ ਰਿਐਕਸ਼ਨ ਦੇਖੋ, ਠੀਕ ਹੈ। ਆਪਣੇ ਕੋਲ ਇੱਦਾਂ ਆਪਾਂ ਦੇਖਦੇ ਹਾਂ ਹਾਫ ਰਿਐਕਸ਼ਨ ਨੂੰ, ਇੱਥੇ ਤੱਕ ਦੇਖਦੇ ਹਾਂ ਇੰਟਰਮੀਡੀਏਟ ਤੱਕ, ਠੀਕ ਹੈ। ਜਦੋਂ ਇੰਟਰਮੀਡੀਏਟ ਤੱਕ ਇਹਨੂੰ ਦੇਖਾਂਗੇ ਆਪਾਂ, ਤਾਂ ਆਪਣੇ ਕੋਲ ਹੋ ਕੇ ਜਾਊਗਾ, ਇੱਥੇ ਰਿਐਕਟੈਂਟਸ ਨੇ ਜਿਹੜੇ ਸਭ ਤੋਂ ਪਹਿਲਾਂ ਨਾ ਉਹ ਟ੍ਰਾਂਜੀਸ਼ਨ ਸਟੇਟ 1 ਦੇ ਵਿੱਚ ਗਏ ਅਤੇ ਉੱਥੋਂ ਇੰਟਰਮੀਡੀਏਟ ਬਣ ਗਿਆ, ਠੀਕ ਹੈ। ਤਾਂ ਹੁਣ ਆਹ ਹੋ ਗਏ ਇਹਦੇ ਪ੍ਰੋਡਕਟ ਪਹਿਲੀ ਰਿਐਕਸ਼ਨ ਦੇ, ਠੀਕ ਹੈ। ਆਹ ਰਿਐਕਟੈਂਟਸ ਨੇ, ਆਹ ਟ੍ਰਾਂਜੀਸ਼ਨ ਸਟੇਟ ਹੋ ਗਈ, ਤਾਂ ਆਹ ਕੀ ਹੋ ਗਈ, ਇਹਦੀ ਐਕਟੀਵੇਸ਼ਨ ਐਨਰਜੀ, ਠੀਕ ਹੈ, ΔG1 ਡਬਲ ਡੈਗਰ, ਠੀਕ ਹੈ। ਹੁਣ ਜੇ ਆਪਾਂ ਇਸ ਰਿਐਕਸ਼ਨ ਦੀ ਐਨਰਜੀ ਦੇਖਾਂਗੇ ਤਾਂ ਆਹ ਐਨਰਜੀ ਹੈ ਜਿਹੜੀ, ਆਹ ਕਿਉਂਕਿ ਪ੍ਰੋਡਕਟਸ ਨੇ, ਆਹ ਰਿਐਕਟੈਂਟਸ ਨੇ, ਤਾਂ ਇਹਦੀ ਐਨਰਜੀ ਕਿੰਨੀ ਆ, ਇੰਨੀ ਐਨਰਜੀ ਹੈ, ਠੀਕ ਹੈ। ਐਨਰਜੀ ਜਿਹੜੀ ਹੈ ਇੱਥੇ ਆਪਾਂ ਨੂੰ ਦੇਣੀ ਪਈ, ਮਤਲਬ ਐਨਰਜੀ ਆਫ ਪ੍ਰੋਡਕਟ ਇਜ਼ ਲੈਸ ਦੈਨ ਐਨਰਜੀ ਆਫ ਰਿਐਕਟੈਂਟਸ, ਐਨਰਜੀ ਪ੍ਰੋਵਾਈਡ ਕਰਨੀ ਪਈ, ਠੀਕ ਹੈ। ਹੁਣ ਅਗਲੀ ਰਿਐਕਸ਼ਨ ਦੇਖਦੇ ਹਾਂ ਆਪਾਂ। ਹੁਣ ਅਗਲੀ ਰਿਐਕਸ਼ਨ ਦੇ ਵਿੱਚ ਕੀ ਹੋਇਆ, ਇੰਟਰਮੀਡੀਏਟਸ ਨੇ, ਉਹਨਾਂ ਦੀ ਐਨਰਜੀ ਇਨਕਰੀਜ਼ ਹੋਈ, ਟ੍ਰਾਂਜੀਸ਼ਨ ਸਟੇਟ 2 ਬਣੀ, ਫਿਰ ਉਹ ਪ੍ਰੋਡਕਟਸ ਦੇ ਵਿੱਚ ਚੇਂਜ ਹੋ ਗਏ। ਇੱਥੇ ਹੁਣ ਆਹ ਰਿਐਕਟੈਂਟ ਸੀਗਾ, ਇੱਥੋਂ ਆਹ ਪ੍ਰੋਡਕਟ ਬਣਿਆ ਦੂਸਰੀ ਰਿਐਕਸ਼ਨ ਦੇ ਵਿੱਚ, ਤਾਂ ਦਿਸ ਮਾਈਨਸ ਦਿਸ, ਆਹ ਦੋਨਾਂ ਦਾ ਜਦੋਂ ਡਿਫਰੈਂਸ ਦੇਖਾਂਗੇ, ਇਹ ਆ ਜੋ ਆਪਣੇ ਕੋਲ ΔG2 ਡਬਲ ਡੈਗਰ, ਮਤਲਬ ਸੈਕਿੰਡ ਸਟੈਪ ਦੀ ਫ੍ਰੀ ਐਨਰਜੀ ਚੇਂਜ, ਆਹ ਫਸਟ ਸਟੈਪ ਦੀ ਫ੍ਰੀ ਐਨਰਜੀ ਚੇਂਜ, ਆਹ ਸੈਕਿੰਡ ਸਟੈਪ ਦੀ ਫ੍ਰੀ ਐਨਰਜੀ ਚੇਂਜ, ਠੀਕ ਹੈ। ਹੁਣ ਜਦੋਂ ਦੋਨਾਂ ਨੂੰ ਦੇਖਾਂਗੇ ਆਪਾਂ, ਤਾਂ ਇੱਥੇ ਹੋਊਗਾ ਕਿ ਆਪਣੇ ਕੋਲ ΔG1 ਡਬਲ ਡੈਗਰ ਇਜ਼ ਗ੍ਰੇਟਰ ਦੈਨ ΔG2 ਡਬਲ ਡੈਗਰ, ਠੀਕ ਹੈ। ਹੁਣ ਦੂਸਰਾ ਕੇਸ ਹੈ ਜਿਹੜਾ, ਉਹ ਦੇਖੋ, ਉਹਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ, ਪਹਿਲਾਂ ਰਿਐਕਟੈਂਟਸ ਨੇ ਜਿਹੜੇ, ਠੀਕ ਹੈ, ਉਹਨਾਂ ਦੀ ਐਨਰਜੀ ਇਨਕਰੀਜ਼ ਹੁੰਦੀ ਹੈ, ਟ੍ਰਾਂਜੀਸ਼ਨ ਸਟੇਟ 1 ਬਣ ਜਾਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਉਹ ਟ੍ਰਾਂਜੀਸ਼ਨ ਸਟੇਟ 1 ਹੈ ਜਿਹੜੀ ਇੰਟਰਮੀਡੀਏਟ ਦੇ ਵਿੱਚ ਚੇਂਜ ਹੋ ਜਾਂਦੀ ਹੈ, ਇੰਟਰਮੀਡੀਏਟ ਤੋਂ ਅੱਗੇ ਟ੍ਰਾਂਜੀਸ਼ਨ ਸਟੇਟ 2 ਬਣ ਜਾਂਦੀ ਹੈ, ਜੋ ਕਿ ਅੱਗੇ ਪ੍ਰੋਡਕਟਸ ਦੇ ਵਿੱਚ ਚੇਂਜ ਹੋ ਜਾਂਦੀ ਹੈ, ਠੀਕ ਹੈ। ਹੁਣ ਜਦੋਂ ਦੋਨੇ ਰਿਐਕਸ਼ਨਸ ਨੂੰ ਤੁਸੀਂ ਧਿਆਨ ਨਾਲ ਦੇਖਦੇ ਹੋ, ਠੀਕ ਹੈ, ਜਦੋਂ ਦੋਨੇ ਰਿਐਕਸ਼ਨਸ ਨੂੰ
ਧਿਆਨ ਨਾਲ ਦੇਖੋਗੇ, ਠੀਕ ਹੈ। ਤਾਂ ਇਹਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਹੀ ਕੰਮ ਦੀਆਂ ਨੇ, ਇਹਦੇ ਵਿੱਚ ਆਪਣੇ ਕੰਮ ਦੀਆਂ ਸਿਰਫ ਦੋ ਚੀਜ਼ਾਂ ਨੇ। ਪਹਿਲੀ ਚੀਜ਼ ਹੈਗੀ ਹੈ ਜਿਹੜੀ ਉਹ ਇਹ ਵੀ, ਕਿਉਂਕਿ 2 ਸਟੈਪ ਰਿਐਕਸ਼ਨ ਹੈ ਤਾਂ ਕਿਹੜਾ ਸਟੈਪ ਹੋਊਗਾ ਜਿਹੜਾ ਉਹ ਰਿਐਕਸ਼ਨ ਦਾ ਰੇਟ ਡਿਟਰਮਾਈਨ ਕਰੂਗਾ। ਦੂਸਰੀ ਚੀਜ਼ ਜਿਹੜਾ ਇੰਟਰਮੀਡੀਏਟ ਬਣਦਾ ਉਹਦਾ ਨੇਚਰ ਕਿਹੋ ਜਿਹਾ ਹੋਊਗਾ, ਉਹ ਆਪਾਂ ਨੂੰ ਪਤਾ ਲੱਗ ਸਕਦਾ ਜਾਂ ਨਹੀਂ ਲੱਗ ਸਕਦਾ, ਠੀਕ ਹੈ। ਕਿਉਂਕਿ ਬਾਕੀ ਤਾਂ ਚੀਜ਼ਾਂ ਆਪਾਂ ਪੜ੍ਹੀਆਂ ਹੀ ਹੋਈਆਂ ਨੇ, ਐਕਟੀਵੇਸ਼ਨ ਐਨਰਜੀ ਪੜ੍ਹੀ ਹੋਈ ਹੈ, ਰਿਐਕਟੈਂਟ ਪ੍ਰੋਡਕਟ ਦੀ ਐਨਰਜੀ ਪੜ੍ਹੀ ਹੋਈ ਆ। ਨਵੀਆਂ ਚੀਜ਼ਾਂ ਇਹਦੇ ਵਿੱਚ ਕੀ ਆਈਆਂ, 2 ਟ੍ਰਾਂਜੀਸ਼ਨ ਸਟੇਟਸ ਆ ਗਈਆਂ, ਇੰਟਰਮੀਡੀਏਟ ਬਣ ਗਿਆ, ਠੀਕ ਹੈ। ਤਾਂ ਹੁਣ ਆਪਾਂ ਇੱਥੇ ਦੇਖਣਾ ਕੀ ਹੈਗਾ, ਕਿਉਂਕਿ 2 ਸਟੈਪ ਨੇ। ਪਹਿਲੀ ਚੀਜ਼ ਆਪਾਂ ਦੇਖਣੀ ਵੀ ਟ੍ਰਾਂਜੀਸ਼ਨ ਸਟੇਟ 1 ਅਤੇ 2 ਦੋਨਾਂ ਦੇ ਵਿੱਚੋਂ ਕਿਹੜੀ ਦੀ ਐਨਰਜੀ ਘੱਟ ਹੈ, ਠੀਕ ਹੈ। ਹੁਣ ਜਦੋਂ ਤੁਸੀਂ ਇੱਥੇ ਧਿਆਨ ਨਾਲ ਦੇਖੋਗੇ, ਰਿਐਕਟੈਂਟਸ ਨੇ ਜਿਹੜੇ ਟ੍ਰਾਂਜੀਸ਼ਨ ਸਟੇਟ 1 ਦੇ ਵਿੱਚ ਜਾ ਰਹੇ ਨੇ, ਟ੍ਰਾਂਜੀਸ਼ਨ ਸਟੇਟ 1 ਤੋਂ ਇੰਟਰਮੀਡੀਏਟ ਬਣ ਰਿਹਾ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ, ਅੱਗੇ ਇੰਟਰਮੀਡੀਏਟ ਟ੍ਰਾਂਜੀਸ਼ਨ ਸਟੇਟ 2 ਦੇ ਵਿੱਚ ਜਾ ਰਹੇ ਨੇ, ਫਿਰ ਪ੍ਰੋਡਕਟਸ ਬਣ ਰਹੇ ਨੇ, ਠੀਕ ਹੈ। ਹੁਣ ਇੰਟਰਮੀਡੀਏਟ ਵਿੱਚ ਵਿਚਾਲੇ ਆ ਗਿਆ, ਹੁਣ ਇਹ ਕੀ ਕਰੂਗਾ, ਇੱਧਰ ਵੀ ਦੇਖੂਗਾ ਆਪਦੇ, ਇੱਧਰ ਵੀ ਦੇਖੂਗਾ। ਜਿੱਧਰਲੀ ਐਨਰਜੀ, ਜੇ ਤਾਂ ਇਹਦੀ ਅੱਗੇ ਜਾਣ ਵਾਲੀ ਐਨਰਜੀ ਘੱਟ ਹੈ, ਠੀਕ ਹੈ, ਕਿਉਂਕਿ ਇਹਦੇ ਕੋਲ ਪਹਿਲਾਂ ਇੰਨੀ ਐਨਰਜੀ ਹੈ ਸੀ, ਇਹਨੇ ਇੱਥੋਂ ਐਨਰਜੀ ਲੂਜ਼ ਕੀਤੀ ਆਪਦੀ, ਲੂਜ਼ ਕਰਕੇ ਇੰਟਰਮੀਡੀਏਟ ਬਣ ਗਿਆ। ਹੁਣ ਇੱਥੇ ਜਦੋਂ ਇਹ ਆ ਗਿਆ ਤਾਂ ਇੰਨੀ ਐਨਰਜੀ ਇਹ ਦੁਬਾਰੇ ਗੇਨ ਕਰ ਸਕਦਾ, ਕਿਉਂਕਿ ਰਿਐਕਸ਼ਨ ਦੇ ਵਿੱਚ ਇੰਨੀ ਐਨਰਜੀ ਪਈ ਹੈ, ਠੀਕ ਹੈ। ਤਾਂ ਇੱਥੇ ਇਹਨੂੰ ਸਿਰਫ ਇੰਨੀ ਕੁ ਐਨਰਜੀ, ਉਦੋਂ ਅੱਧੀ ਐਨਰਜੀ ਹੀ ਚਾਹੀਦੀ ਹੈ, ਠੀਕ ਹੈ। ਤਾਂ ਇਹ ਕੀ ਕਰੂਗਾ, ਐਨਰਜੀ ਗੇਨ ਕਰ ਲੂਗਾ ਅਤੇ ਨਾਲ ਦੀ ਨਾਲ ਪ੍ਰੋਡਕਟ ਬਣਾ ਦੂਗਾ, ਠੀਕ ਹੈ। ਕਿਉਂਕਿ ਹੁਣੇ ਉਹਨੇ ਲੂਜ਼ ਕੀਤੀ ਐਨਰਜੀ ਅਤੇ ਨਾਲ ਦੀ ਨਾਲ ਹੀ ਗੇਨ ਕਰਕੇ ਇੰਟਰਮੀਡੀਏਟ ਬਣਿਆ, ਉਹ ਨਾਲ ਦੀ ਨਾਲ ਹੀ ਗੇਨ ਕਰਕੇ ਪ੍ਰੋਡਕਟ ਬਣਾ ਦੂਗਾ। ਅਤੇ ਕਹਿਣ ਦਾ ਭਾਵ ਕੀ ਹੈ, ਇੱਥੇ ਇੰਟਰਮੀਡੀਏਟ ਹੈ ਜਿਹੜਾ ਇਹ ਸਟੇਬਲ ਨਹੀਂ ਹੁੰਦਾ, ਠੀਕ ਹੈ। ਇੱਥੋਂ ਐਨਰਜੀ ਜਦੋਂ ਲੂਜ਼ ਕਰਦਾ ਮਾੜਾ ਜਿਹਾ ਟਾਈਮ ਖੜ੍ਹਦਾ ਇੱਥੇ, ਅਤੇ ਨਾਲ ਦੀ ਨਾਲ ਕਿਉਂਕਿ ਐਨਰਜੀ ਇਹਨੇ ਲੂਜ਼ ਕੀਤੀ ਹੁੰਦੀ ਹੈ, ਨਾਲ ਦੀ ਨਾਲ ਐਨਰਜੀ ਗੇਨ ਕਰਦਾ, ਠੀਕ ਹੈ, ਅਤੇ ਪ੍ਰੋਡਕਟਸ ਬਣਾ ਦਿੰਦਾ। ਇਹ ਸਟੇਬਲ ਨਹੀਂ ਹੁੰਦਾ ਇੰਟਰਮੀਡੀਏਟ, ਇਹ ਚੀਜ਼ ਮੈਂ ਇੱਥੇ ਲਿਖਤੀ। ਅਤੇ ਇਹਨੂੰ ਆਪਾਂ ਆਈਸੋਲੇਟ ਨਹੀਂ ਕਰ ਸਕਦੇ, ਮਤਲਬ ਜਿੱਦਾਂ ਆਪਾਂ ਕਹਿ ਦਈਏ ਵੀ ਰਿਐਕਟੈਂਟਸ ਤੋਂ ਆਪਾਂ ਇੰਟਰਮੀਡੀਏਟ ਬਣਿਆ ਅਤੇ ਆਪਾਂ ਪਤਾ ਲਗਾ ਲਾਂਗੇ ਵੀ ਹਾਂ ਆਹ ਇੰਟਰਮੀਡੀਏਟ ਬਣਿਆ, ਉਹਨੂੰ ਅਲੱਗ ਕੱਢ ਕੇ ਰਿਐਕਸ਼ਨ ਤੋਂ ਰੱਖ ਲਾਂਗੇ, ਤਾਂ ਉੱਥੇ ਆਪਾਂ ਨਹੀਂ ਰੱਖ ਸਕਦੇ, ਠੀਕ ਹੈ। ਇੰਟਰਮੀਡੀਏਟ ਨੂੰ ਆਈਸੋਲੇਟ ਨਹੀਂ ਕਰ ਸਕਦੇ, ਰਿਐਕਸ਼ਨ ਤੋਂ ਬਾਹਰ ਨਹੀਂ ਕੱਢ ਸਕਦੇ, ਠੀਕ ਹੈ। ਹੁਣ ਜਿਹੜਾ ਦੂਸਰਾ ਕੇਸ ਹੈ, ਦੂਸਰੇ ਕੇਸ ਦੇ ਵਿੱਚ ਕੀ ਹੋ ਜਾਊਗਾ, ਰਿਐਕਟੈਂਟਸ ਤੋਂ ਟ੍ਰਾਂਜੀਸ਼ਨ ਸਟੇਟ 1 ਬਣੀ, ਉੱਥੋਂ ਫਿਰ ਇੰਟਰਮੀਡੀਏਟ ਬਣ ਗਿਆ। ਹੁਣ ਇੰਟਰਮੀਡੀਏਟ ਨੇ ਸਿਰਫ ਇੰਨੀ ਕੁ ਐਨਰਜੀ ਲੂਜ਼ ਕੀਤੀ, ਠੀਕ ਹੈ। ਇੰਟਰਮੀਡੀਏਟ ਟ੍ਰਾਂਜੀਸ਼ਨ ਸਟੇਟ 1 ਤੋਂ ਇੰਟਰਮੀਡੀਏਟ ਤੱਕ ਦੀ ਜਿਹੜੀ ਸਟੇਟ 'ਤੇ ਆਇਆ, ਤਾਂ ਇੰਨੀ ਕੁ ਐਨਰਜੀ ਲੂਜ਼ ਕੀਤੀ, ਅਤੇ ਅੱਗੇ ਜਾਣ ਵਾਸਤੇ ਉਹਨੂੰ ਇਸ ਤੋਂ ਵੱਧ ਐਨਰਜੀ ਦੀ ਲੋੜ ਹੈ, ਠੀਕ ਹੈ। ਤਾਂ ਇੰਨੀ ਕੁ ਇਹਨੇ ਲੂਜ਼ ਕਰਤੀ, ਤਾਂ ਇੱਥੇ ਕੁ ਤੱਕ ਇਹ ਪਹੁੰਚ ਸਕਦਾ। ਜੇ ਇਹ ਦੁਬਾਰਾ ਐਨਰਜੀ ਗੇਨ ਵੀ ਕਰ ਲਵੇ, ਤਾਂ ਇੰਨੀ ਐਨਰਜੀ ਗੇਨ ਕਰਨੀ, ਇਹਨੂੰ ਵਾਧੂ ਐਨਰਜੀ ਗੇਨ ਕਰਨ ਦੇ ਵਿੱਚ ਵਾਧੂ ਜ਼ਿਆਦਾ ਟਾਈਮ ਲੱਗੂਗਾ, ਤਾਂ ਜਿੰਨਾ ਜ਼ਿਆਦਾ ਟਾਈਮ ਲੱਗੂਗਾ ਉਨੇ ਕੁ ਟਾਈਮ ਦੇ ਲਈ ਇੰਟਰਮੀਡੀਏਟ ਸਟੇਬਲ ਹੋ ਜਾਊਗਾ, ਠੀਕ ਹੈ। ਤਾਂ ਉਨੇ ਕੁ ਟਾਈਮ ਦੇ ਵਿੱਚ ਹੀ ਆਪਾਂ ਇਹਨੂੰ ਆਈਸੋਲੇਟ ਕਰ ਲਵਾਂਗੇ, ਕਿਉਂਕਿ ਇਹਨੂੰ ਐਨਰਜੀ, ਜਿੰਨੀ ਐਨਰਜੀ ਇਹਨੇ ਲੂਜ਼ ਕੀਤੀ ਆ ਉਦੋਂ ਵੱਧ ਐਨਰਜੀ ਇਹਨੂੰ ਗੇਨ ਕਰਨੀ ਪਊਗੀ, ਠੀਕ ਹੈ। ਤਾਂ ਇਹਨੂੰ ਜ਼ਿਆਦਾ ਟਾਈਮ ਲੱਗੂਗਾ ਐਜ਼ ਕੰਪੇਅਰ ਟੂ ਦਿਸ ਇੰਟਰਮੀਡੀਏਟ, ਇਹਨੂੰ ਕੁਛ ਵੀ ਨਹੀਂ ਟਾਈਮ ਲੱਗਣਾ, ਕਿਉਂਕਿ ਜਿੰਨੀ ਐਨਰਜੀ ਇਹਨੇ ਲੂਜ਼ ਕੀਤੀ ਆ ਉਦੋਂ ਘੱਟ ਗੇਨ ਕਰਨੀ ਆ, ਇਹਨੇ ਜਿੰਨੀ ਲੂਜ਼ ਕੀਤੀ ਆ ਉਦੋਂ ਵੱਧ ਗੇਨ ਕਰਨੀ ਆ, ਤਾਂ ਇਹਨੂੰ ਵੱਧ ਗੇਨ ਕਰਨ ਲਈ ਵੱਧ ਟਾਈਮ ਲੱਗੂਗਾ, ਠੀਕ ਹੈ। ਤਾਂ ਇੱਥੇ ਇੰਟਰਮੀਡੀਏਟ ਹੈ ਜਿਹੜਾ, ਇਹ ਬਹੁਤ ਜ਼ਿਆਦਾ ਟਾਈਮ ਐਜ਼ ਕੰਪੇਅਰ ਟੂ ਦਿਸ ਇੰਟਰਮੀਡੀਏਟ ਬਹੁਤ ਜ਼ਿਆਦਾ ਟਾਈਮ ਰਿਐਕਸ਼ਨ ਦੇ ਵਿੱਚ ਰਹੂਗਾ, ਠੀਕ ਹੈ। ਜ਼ਿਆਦਾ ਟਾਈਮ ਰਿਐਕਸ਼ਨ ਦੇ ਵਿੱਚ ਰਹੂਗਾ ਤਾਂ ਇਹ ਸਟੇਬਲ ਹੋਊਗਾ, ਸਟੇਬਲ ਹੋਊਗਾ ਤਾਂ ਇਹਨੂੰ ਆਪਾਂ ਜਿਹੜਾ ਹੈ ਰਿਐਕਸ਼ਨ ਤੋਂ ਬਾਹਰ ਕੱਢ ਸਕਦੇ ਹਾਂ, ਠੀਕ ਹੈ। ਇਹਨੂੰ ਆਈਸੋਲੇਟ ਆਪਾਂ ਕਰ ਸਕਦੇ ਹਾਂ। ਹੁਣ ਉਸ ਤੋਂ ਬਾਅਦ ਦੂਸਰੀ ਚੀਜ਼ ਕੀ ਹੈ, ਇੱਥੇ ਕਿਹੜਾ ਸਟੈਪ ਹੈ ਜਿਹੜਾ ਉਹ ਆਪਣਾ ਰੇਟ ਡਿਟਰਮਾਈਨਿੰਗ ਸਟੈਪ ਹੈ। ਹੁਣ ਇੱਥੇ ਦੇਖੋ ਵੀ ਜਿਹੜਾ ਸਟੈਪ ਸਲੋ ਹੋਊਗਾ, ਠੀਕ ਹੈ, ਉਹ ਰੇਟ ਡਿਟਰਮਾਈਨਿੰਗ ਸਟੈਪ ਹੋਊਗਾ ਹਮੇਸ਼ਾ। ਕਿਉਂਕਿ ਜਿਹੜਾ ਫਾਸਟ ਸਟੈਪ ਹੋਊਗਾ ਉਹਨੂੰ ਤਾਂ ਆਪਾਂ ਅਬਜ਼ਰਵ ਵੀ ਨਹੀਂ ਕਰ ਸਕਦੇ, ਜਿਹੜਾ ਸਲੋ ਸਟੈਪ ਹੋਊਗਾ ਸਿਰਫ ਆਪਾਂ ਉਸੇ ਨੂੰ ਹੀ ਅਬਜ਼ਰਵ ਆ ਜਿਹੜਾ ਉਹ ਕਰ ਸਕਦੇ ਹਾਂ। ਤਾਂ ਹੁਣ ਜਿਹੜਾ ਹੁਣ ਆਪਾਂ ਦੇਖਣਾ ਵੀ ਦੋਨਾਂ ਦੇ ਵਿੱਚ ਸਲੋ ਸਟੈਪ ਕਿਹੜਾ। ਹੁਣ ਇੱਥੇ ਦੇਖੋਗੇ, ਹੁਣ ਸਲੋ ਸਟੈਪ ਦਾ ਕੀ ਪਤਾ ਲੱਗੂਗਾ, ਆਪਾਂ ਪਿੱਛੇ ਹੁਣੇ ਪੜ੍ਹ ਕੇ ਹਟਿਆ ਵੀ ਜਿੰਨੀ ਐਕਟੀਵੇਸ਼ਨ ਐਨਰਜੀ ਵੱਧ ਹੋਊਗੀ ਓਨਾ ਹੀ ਜ਼ਿਆਦਾ ਟਾਈਮ ਲੱਗੂਗਾ ਰਿਐਕਟੈਂਟਸ ਨੂੰ ਐਨਰਜੀ ਐਕਵਾਇਰ ਕਰਨ ਲਈ, ਅਤੇ ਓਨੀ ਹੀ ਸਲੋ ਜਿਹੜੀ ਹੈ ਉਹ ਰਿਐਕਸ਼ਨ ਹੋਊਗੀ, ਠੀਕ ਹੈ। ਤਾਂ ਹੁਣ ਪਹਿਲੀ ਰਿਐਕਸ਼ਨ ਜਿਹੜੀ ਹੈ ਉਹਦੀ ਐਕਟੀਵੇਸ਼ਨ ਐਨਰਜੀ ਇੰਨੀ ਹੈ, ਦੂਸਰੀ ਰਿਐਕਸ਼ਨ ਦੀ ਐਕਟੀਵੇਸ਼ਨ ਐਨਰਜੀ ਘੱਟ ਹੈ ਪਹਿਲੀ ਦੇ ਨਾਲੋਂ, ਤਾਂ ਪਹਿਲੀ ਰਿਐਕਸ਼ਨ ਨੂੰ ਵੱਧ ਟਾਈਮ ਲੱਗੂਗਾ, ਠੀਕ ਹੈ। ਮਤਲਬ ਪਹਿਲੀ ਰਿਐਕਸ਼ਨ ਸਲੋ ਹੈ, ਦੂਸਰੀ ਰਿਐਕਸ਼ਨ ਫਾਸਟ ਹੈ, ਤਾਂ ਇੱਥੇ ਜਿਹੜਾ ਰੇਟ ਡਿਟਰਮਾਈਨਿੰਗ ਸਟੈਪ ਹੈ ਉਹ ਪਹਿਲਾ ਸਟੈਪ ਹੋਊਗਾ। ਹੁਣ ਇੱਥੇ ਜਦੋਂ ਦੇਖਦੇ ਹਾਂ ਤਾਂ ਪਹਿਲੀ ਰਿਐਕਸ਼ਨ ਹੈ ਜਿਹੜੀ ਉਹਨੂੰ ਘੱਟ ਐਨਰਜੀ ਚਾਹੀਦੀ ਐਜ਼ ਕੰਪੇਅਰ ਟੂ ਦੂਸਰੀ ਰਿਐਕਸ਼ਨ ਦੇ, ਠੀਕ ਹੈ। ਤਾਂ ਪਹਿਲੀ ਰਿਐਕਸ਼ਨ ਫਾਸਟ ਹੋਊਗੀ, ਦੂਸਰੀ ਰਿਐਕਸ਼ਨ ਹੈ ਜਿਹੜੀ ਉਹ ਸਲੋ ਹੋਊਗੀ, ਠੀਕ ਹੈ। ਜਦੋਂ ਦੂਸਰੀ ਰਿਐਕਸ਼ਨ ਸਲੋ ਹੋਊਗੀ ਤਾਂ ਰੇਟ ਡਿਟਰਮਾਈਨਿੰਗ ਸਟੈਪ ਹੈ ਜਿਹੜਾ ਉਹ ਸੈਕਿੰਡ ਸਟੈਪ ਹੋਊਗਾ, ਠੀਕ ਹੈ। ਇੰਨਾ ਕਿ ਇਹਦੇ ਵਿੱਚ ਆਪਾਂ ਪੜ੍ਹਨਾ ਸੀਗਾ। ਉਸ ਤੋਂ ਬਾਅਦ ਹੈ ਆਪਣੇ ਕੋਲ ਅੱਗੇ ਵੀ, ਕਿਉਂਕਿ ਆਪਾਂ ਡੈਲਟਾ ਜੀ ਲਿਖਿਆ ਸੀ, ਡੈਲਟਾ ਜੀ ਇਜ਼ ਇਕੁਅਲ ਟੂ ਡੈਲਟਾ ਐਚ ਮਾਈਨਸ ਡੀ ਡੈਲਟਾ ਐਸ, ਠੀਕ ਹੈ। ਹੁਣ ਕਈ ਰਿਐਕਸ਼ਨਸ ਦੇ ਵਿੱਚ ਕੀ ਹੁੰਦਾ ਗਾ, ਜਿਹੜੀ ਐਸ ਦੀ ਵੈਲਿਊ ਹੈ,
ठीक है। कई रिएक्शन ਦੇ ਵਿੱਚ ਕੀ ਹੁੰਦਾ ਗਾ, जो दो रिएक्टेंट ने दो प्रोडक्ट ही बनते हैं तो उन्नी ही ਉਹਦੇ ਵਿੱਚ एंट्रोपी रहती है, एंट्रोपी चेंज नहीं होंगी, ठीक है। या फिर होर की केस हो सकता डेल्टा एच की वैल्यू है जी वो बहुत ज़्यादा हाई होंगी है एज़ कंपेयर टू डेल्टा एस दे, ठीक है। तो डेल्टा एच वाला फैक्टर ही आप सिर्फ स्टडी करते हैं, डेल्टा एस वाले आप निगलैक्ट कर दें, ठीक है। तो जो डेल्टा एच वाला फैक्टर आप स्टडी करांगे उस टाइम पर की होगा, तो वो होगा कि जो आप देखते हैं, ठीक है। तो आप की करांगे उत्थे डेल्टा जी छड्ड दांगे, डेल्टा जी की थां ते आप एंथैल्पी या फिर एनर्जी जी है उसे ही कंसीडर कर लाँगे, ठीक है। एक आप पिछे पढ़िया सी एंडोथर्मिक तो एक्सोथर्मिक, ठीक है। तो क्योंकि वो आप ट्रांजिशन स्टेट थ्योरी नहीं सी पढ़ी, ठीक है। तो आप एनर्जी डायग्राम्स नहीं सी कीतियां। हुण इत्थे आप एनर्जी डायग्राम्स करांगे। इत्थे की हुंदा जिहड़ियां एक्सोथर्मिक रिएक्शन हुंदी है उहदे रिएक्टेंट्स की एनर्जी घट हुंदी है एज़ कंपेयर टू प्रोडक्ट्स की एनर्जी दे, सॉरी रिएक्शनस की एनर्जी ज़्यादा हुंदी है एज़ कंपेयर टू प्रोडक्ट्स की एनर्जी ते। तो डिफरेंस जिहड़ा होगा डेल्टा एच का वो नैगेटिव आऊगा, ठीक है। इहदी एनर्जी वध है, इहदी एनर्जी घट है। देखो इहदी एनर्जी सिर्फ इन्नी है, इहदी एनर्जी जिहड़ी है वो इन्नी है, इहदी एनर्जी वध है एज़ कंपेयर टू दिस वन, तो डेल्टा एच इज़ इक्वल टू नैगेटिव, ठीक है। हुण एंडोथर्मिक है जिहड़ियां उन्हां दे विच रिएक्टेंट्स की एनर्जी घट हुंदी है, प्रोडक्ट्स की एनर्जी ज़्यादा हुंदी है, ठीक है। तो घट माइनस ज़्यादा इज़ इक्वल टू, सॉरी प्रोडक्ट्स माइनस रिएक्टेंट्स हुंदा, ज़्यादा माइनस घट इज़ इक्वल टू पॉजिटिव, ठीक है। तो इत्थे नैगेटिव हो जाऊगा, घट माइनस ज़्यादा इज़ इक्वल टू नैगेटिव, ठीक है। तो जी एनर्जीज होनिया डेल्टा एच की वैल्यू पॉजिटिव होगी, इतने डेल्टा एच की वैल्यू है जी वो नैगेटिव होगी, ठीक है। तो यही चीज़ जी है ये दोनों एनर्जी डायग्राम्स आप बना लिया ने, ठीक है। इन्हों समझने की वैसे लोड़ है ही नहीं क्योंकि पिछे आप 2-3 बार पढ़ चुके हैं, ठीक है। तो होगा कि एंडोथर्मिक रिएक्शंस के एनर्जी ऑफ रिएक्टेंट्स इज लैस दैन एनर्जी ऑफ प्रोडक्ट होगी, एक्सोथर्मिक एनर्जी ऑफ रिएक्टेंट्स इज मोर दैन एनर्जी ऑफ प्रोडक्ट्स होगा, ठीक है। नैक्सट है अपने को हैमंड पोस्टुलेट। हुण आपां ट्रांजिशन स्टेट जो क्योंकि पढ़ी है, ठीक है। तो ट्रांजिशन स्टेट दे विच की होगा, हुण ट्रांजिशन स्टेट का आपां नूं स्ट्रक्चर भी पता होना चाहिए भी किस तरीके की जिहड़ी है ज्योमैट्री या स्ट्रक्चर होंदा ट्रांजिशन स्टेट दे विच। इदां दे अपने कोल रिएक्टेंट सी, इदां दे अपने कोल प्रोडक्ट्स आ गए, ट्रांजिशन स्टेट दे विच उहदी की ज्योमैट्री सी, ठीक है। तो ये चीज़ भी आपां नूं पता होनी चाहिए। तो उहदे लई हैमंड जिहड़ा है साइंटिस्ट सीगा एक, उहने एक थ्योरी दित्ती या फिर कह लो एक पोस्टुलेट दिता। उहदे विच उहने की कहा भी तुसीं ना इदां देखो भी जिवें आ दोनों रिएक्शनस ने, ठीक है। तो ट्रांजिशन स्टेट देखो भी ट्रांजिशन स्टेट की एनर्जी किहदे ज़्यादा नेड़े है, रिएक्टेंट्स के ज़्यादा नेड़े है या प्रोडक्ट्स के ज़्यादा नेड़े है। हुण जिवें ये डायग्राम है, इत्थे ट्रांजिशन स्टेट की एनर्जी रिएक्टेंट्स के ज़्यादा नेड़े है, ठीक है। तो इत्थे जिहड़ा ट्रांजिशन स्टेट का स्ट्रक्चर होगा वो रिएक्टेंट्स के स्ट्रक्चर के आलमोस्ट इक्व सेम ही होगा, ठीक है। मतलब ट्रांजिशन स्टेट है जिहड़ी उहदा स्ट्रक्चर सिमिलर होगा रिएक्टेंट्स के स्ट्रक्चर्स के, ठीक है। हुण इहदे विच देखो इहदे विच रिएक्टेंट्स की एनर्जी ते ट्रांजिशन स्टेट की एनर्जी दे विच ज़्यादा डिफरेंस है एज़ कंपेयर टू ट्रांजिशन स्टेट ते प्रोडक्ट्स की एनर्जी। मतलब ट्रांजिशन स्टेट की एनर्जी है जी प्रोडक्ट्स के ज़्यादा नेड़े है एज़ कंपेयर टू रिएक्टेंट्स से, ठीक है। तो इहदा जिहड़ा स्ट्रक्चर है वो भी प्रोडक्ट्स नाल मिलदा जुलदा होगा ना कि रिएक्टेंट्स से। इत्थे जिहदे नाल मतलब जे रिएक्टेंट्स नाल ज़्यादा मतलब घट एनर्जी सैपरेशन है तो रिएक्टेंट नाल मिलदा होगा स्ट्रक्चर, जे प्रोडक्ट नाल घट है तो प्रोडक्ट नाल मिलदा होगा, ठीक है। यही हैमंड पोस्टुलेट है, इन्ना की ही है, यदि सिर्फ डेफिनेशन है। उस तो बाद है थोड़े को डिफरेंस बिटवीन ट्रांजिशन स्टेट एंड इंटरमीडिएट। ट्रांजिशन स्टेट ते इंटरमीडिएट दे विच की डिफरेंस होंदा गा। हुण इंटरमीडिएट है जिहड़ा वो की होगा अपने को, सब तो पहला आप देखना इंटरमीडिएट। इंटरमीडिएट होंदा की आ जो रिएक्टेंट्स ने जिहड़े विच विचाले रुक जाती है रिएक्शन, उत्थे इंटरमीडिएट बनता। अगे इंटरमीडिएट फर्दर है जिहड़ा वो प्रोडक्ट्स दे विच चेंज होंदा। हुण ट्रांजिशन स्टेट दे विच की होंदा रिएक्शन रुकदी नहीं हैगी, रिएक्टेंट्स प्रोडक्ट दे विच सीधे चेंज हो जाते हैं, विच विचाले उहदी जिहड़ी पोजीशन होंदी है ना बाउंड टुटे होंदे ना कंप्लीटली जुड़े होंदे, उस पोजीशन नूं आपां कह दिंदे आ ट्रांजिशन स्टेट। मतलब उस थां ते रिएक्शन रुकदी नहीं हैगी। पर इंटरमीडिएट्स दे विच रिएक्शन थोड़ी जी रुक जाती है, उस तो बाद फिर फर्दर रिएक्शन जिहड़ी है वो प्रोसीड करती है। तो जे आपां प्रॉपरली डिफाइन करना होवे तो इंटरमीडिएट दे विच इंटरमीडिएट की होंदा एक मॉलीक्यूल है जिहदे विच कोवेलेंट बॉन्ड होंदे ने, ठीक है। मतलब कंप्लीट कोवेलेंट बॉन्ड होणगे या फुल कोवेलेंट बॉन्ड होगा या होगा ही नहीं, ठीक है। मतलब सिंगल होगा या डबल होगा या ट्रिपल होगा, ठीक है। या फिर बॉन्ड होगा ही नहीं इंटरमीडिएट दे विच, ये चीज़ां होणगियां। मतलब पार्शल बॉन्ड नहीं होना, इदां नहीं होना भी अद्धा बनया होया अद्धा बन रहा या अद्धा टुट रहा, ठीक है।
ਤੇ ਉਸ ਤੋਂ ਬਾਅਦ ਟ੍ਰਾਂਜੀਸ਼ਨ ਜਿਹੜੇ ਇੰਟਰਮੀਡੀਏਟ ਹੈ ਉਹਦੇ ਉੱਪਰ ਚਾਰਜ ਵੀ ਹੋ ਸਕਦਾ, ਉਹ ਨਿਊਟਰਲ ਵੀ ਹੋ ਸਕਦਾ, ਠੀਕ ਹੈ, ਜਾਂ ਜਿਵੇਂ ਪੋਜ਼ੀਟਿਵ ਚਾਰਜ ਵੀ ਹੋ ਸਕਦਾ, ਨੈਗੇਟਿਵ ਚਾਰਜ ਵੀ ਹੋ ਸਕਦਾ, ਉਹ ਨਿਊਟਰਲ ਸਪੀਸੀਜ਼ ਵੀ ਹੋ ਸਕਦਾ, ਉਹ 'ਤੇ ਕੋਈ ਵੀ ਚਾਰਜ ਨਹੀਂ ਹੋ ਸਕਦਾ, ਠੀਕ ਹੈ। ਉਹਦੀ ਪ੍ਰੋਪਰ ਜਿਓਮੈਟਰੀ ਹੋਊਗੀ ਕੋਈ ਨਾ ਕੋਈ, ਅਤੇ ਉਹਨੂੰ ਆਪਾਂ ਕਦੇ ਕਦੇ ਰਿਐਕਸ਼ਨ ਦੇ ਵਿੱਚੋਂ ਬਾਹਰ ਕੱਢ ਸਕਦੇ ਹਾਂ, ਆਈਸੋਲੇਟ ਕਰ ਸਕਦੇ ਹਾਂ ਐਜ਼ ਇਟ ਇਜ਼, ਠੀਕ ਹੈ। ਅਤੇ ਇਸ ਚੀਜ਼ ਨੂੰ ਆਪਾਂ ਅਗਲੇ ਜਿਹੜੇ ਟੋਪਿਕ ਕਰਨੇ ਆ ਅਗਲੀ ਵੀਡੀਓਜ਼ ਦੇ ਵਿੱਚ, ਉਹਨਾਂ ਦੇ ਵਿੱਚ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਉਸ ਤੋਂ ਬਾਅਦ ਟ੍ਰਾਂਜੀਸ਼ਨ ਸਟੇਟ ਕੀ ਹੁੰਦੀ ਹੈ? ਟ੍ਰਾਂਜੀਸ਼ਨ ਸਟੇਟ ਇਸ ਤੋਂ ਉਲਟ ਹੁੰਦੀ ਆ, ਮਤਲਬ ਇਹਦੇ ਵਿੱਚ ਕੀ ਹੋਊਗਾ, ਬੌਂਡ ਨਹੀਂ ਹੋਣਗੇ, ਮਤਲਬ ਕੋਵਲੈਂਟ ਬੌਂਡ, ਕੁਛ ਕੁ ਕੋਵਲੈਂਟ ਬੌਂਡ ਹੋਣਗੇ, ਉਹਨਾਂ ਦੇ ਵਿੱਚੋਂ ਅੱਧੇ ਨੇ ਜਿਹੜੇ ਉਹ ਕੰਪਲੀਟਲੀ ਨਾ ਤਾਂ ਟੁੱਟੇ ਹੋਏ ਹੋਣਗੇ, ਨਾ ਕੰਪਲੀਟਲੀ ਜੁੜੇ ਹੋਏ ਹੋਣਗੇ, ਠੀਕ ਹੈ, ਮਤਲਬ ਪਾਰਸ਼ੀਅਲ ਬੌਂਡ ਹੋਣਗੇ, ਨਾ ਕੰਪਲੀਟਲੀ ਟੁੱਟੇ ਹੋਏ ਹੋਣਗੇ, ਨਾ ਕੰਪਲੀਟਲੀ ਜੁੜੇ ਹੋਏ ਹੋਣਗੇ। ਜਿਵੇਂ ਦੋ ਰਿਐਕਸ਼ਨਸ ਇੱਥੇ ਆਪਾਂ ਐਗਜ਼ਾਮਪਲਸ ਕਰਦੇ ਹਾਂ, ਠੀਕ ਹੈ। CH3Cl + H ਪੋਜ਼ੀਟਿਵ ਹੈ ਇੱਥੇ ਕੀ ਹੋਊਗਾ, Cl ਹੈ ਜਿਹੜਾ ਆਪਦੇ ਇਲੈਕਟ੍ਰੋਨਸ H ਪੋਜ਼ੀਟਿਵ ਨੂੰ ਦੇ ਦੂਗਾ, HCl ਬਣਾ ਲੂਗਾ, ਠੀਕ ਹੈ। ਇਹ ਰਿਐਕਸ਼ਨਸ ਦੀਆਂ ਐਗਜ਼ਾਮਪਲਸ ਵੈਸੇ ਲੱਭੇ ਹੋਈ ਨਾ, ਸਿੰਪਲ ਤੋਂ ਸਿੰਪਲ ਐਗਜ਼ਾਮਪਲ ਲੈ ਕੇ ਮੈਂ ਤੁਹਾਨੂੰ ਸਿਰਫ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਠੀਕ ਹੈ। ਤਾਂ ਉੱਥੇ ਕੀ ਹੋਊਗਾ, C ਦਾ ਇੱਕ ਬੌਂਡ ਘੱਟ ਗਿਆ ਅਤੇ C 'ਤੇ ਕੀ ਆ ਗਿਆ, ਪੋਜ਼ੀਟਿਵ ਚਾਰਜ, ਠੀਕ ਹੈ। ਹੁਣ ਦੂਸਰੀ ਰਿਐਕਸ਼ਨ ਦੇਖੋ, ਹੁਣ ਇਹਦੇ ਬੌਂਡ ਦੇਖੋ, ਜਿੰਨੇ ਬੌਂਡ ਹੈਗੇ ਨੇ ਸਾਰੇ ਪੂਰੇ ਨੇ, ਇੱਕ ਬੌਂਡ ਜਿਹੜਾ ਸੀ ਉਹਨੇ ਤੋੜ ਲਿਆ, ਤਾਂ ਇੱਥੇ ਬੌਂਡ ਖਤਮ ਹੋ ਗਿਆ, ਇੱਥੇ 3 ਬੌਂਡ ਹੈਗੇ ਨੇ ਕੰਪਲੀਟਲੀ ਪੂਰੇ ਨੇ, ਤਾਂ ਇਹ ਕੀ ਹੋ ਗਿਆ ਆਪਣੇ ਕੋਲ, ਇੰਟਰਮੀਡੀਏਟ, ਠੀਕ ਹੈ, ਕਿਉਂਕਿ ਕਾਰਬਨ ਦੇ ਉੱਪਰ ਪੋਜ਼ੀਟਿਵ ਚਾਰਜ ਹੈ ਤਾਂ ਕਾਰਬੋਕੈਟਾਇਨ ਇੰਟਰਮੀਡੀਏਟ, ਠੀਕ ਹੈ। ਹੁਣ ਨੈਕਸਟ ਰਿਐਕਸ਼ਨ ਦੇ ਵਿੱਚ ਕੀ ਹੋਇਆ, Br ਨੇ ਆਇਆ, ਉਹਨੇ ਕਾਰਬਨ 'ਤੇ ਅਟੈਕ ਕੀਤਾ, ਸੇਮ ਮੋਲੀਕਿਊਲ ਆਪਾਂ ਲਿਆ, ਹੁਣ ਇੱਥੋਂ ਕਲੋਰੀਨ ਆਪਦੇ ਇਲੈਕਟ੍ਰੋਨ ਲੈ ਜਾਊਗਾ, ਕਿਉਂਕਿ ਕਾਰਬਨ ਦੇ 4 ਬੌਂਡ ਬਣ ਗਏ, 5ਵਾਂ ਬੌਂਡ ਨੂੰ ਫਿਰ ਇੱਧਰੋਂ ਤੋੜ ਦੂਗਾ। ਤਾਂ ਹੁਣ ਇੱਕ ਸਟੇਟ ਵਿੱਚ ਵਿਚਾਲੇ ਇਹੋ ਜਿਹੀ ਆਊਗੀ ਜਿੱਥੇ ਨਾ ਤਾਂ ਬ੍ਰੋਮੀਨ ਦਾ ਬੌਂਡ ਕੰਪਲੀਟਲੀ ਬਣਿਆ ਹੋਇਆ, ਨਾ ਕਲੋਰੀਨ ਦਾ ਬੌਂਡ ਕੰਪਲੀਟਲੀ ਟੁੱਟਿਆ ਹੋਇਆ, ਠੀਕ ਹੈ। ਅੱਗੇ ਪ੍ਰੋਡਕਟਸ ਦੇ ਵਿੱਚ ਜਾ ਕੇ ਬ੍ਰੋਮੀਨ ਦਾ ਬੌਂਡ ਕੰਪਲੀਟਲੀ ਬਣ ਜੂਗਾ, ਕਲੋਰੀਨ ਦਾ ਕੰਪਲੀਟਲੀ ਟੁੱਟ ਜੂਗਾ। ਤਾਂ ਜਿਹੜੀ ਵਿੱਚ ਵਿਚਾਲੇ ਆਹ ਸਟੇਟ ਆਈ, ਇਸ ਸਟੇਟ ਨੂੰ ਆਪਾਂ ਕਹਾਂਗੇ ਟ੍ਰਾਂਜੀਸ਼ਨ ਸਟੇਟ, ਠੀਕ ਹੈ, ਜਿੱਥੇ ਪ੍ਰੋਪਰਲੀ ਬੌਂਡ ਬਣੇ ਨਹੀਂ ਹੋਏ ਅਤੇ ਪ੍ਰੋਪਰਲੀ ਟੁੱਟੇ ਨਹੀਂ ਹੋਏ, ਜਿੱਥੇ ਪ੍ਰੋਪਰ ਬੌਂਡ ਬਣੇ ਹੋਏ ਨੇ ਜਾਂ ਟੁੱਟੇ ਹੋਏ ਨੇ, ਉਸ ਨੂੰ ਆਪਾਂ ਕੀ ਕਹਾਂਗੇ, ਇੰਟਰਮੀਡੀਏਟ, ਠੀਕ ਹੈ। ਨੈਕਸਟ ਹੈ ਆਪਣੇ ਕੋਲ ਛੋਟਾ ਜਿਹਾ ਟੋਪਿਕ ਹੈ ਕੈਟਾਲਿਸਟ, ਲਾਸਟ ਟੋਪਿਕ ਹੈ। ਕੈਟਾਲਿਸਟ ਕੀ ਹੁੰਦਾ, ਇੱਕ ਇਹੋ ਜਿਹਾ ਕੈਮੀਕਲ ਕੰਪਾਊਂਡ ਜਿਹੜਾ ਆਪ ਰਿਐਕਸ਼ਨ ਦੇ ਵਿੱਚ ਚੇਂਜ ਨਹੀਂ ਹੁੰਦਾ, ਰਿਐਕਸ਼ਨ ਦੇ ਵਿੱਚ ਟੇਕ ਪਾਰਟ ਕਰਦਾ, ਆਪ ਚੇਂਜ ਨਹੀਂ ਹੁੰਦਾ, ਪਰ ਰਿਐਕਸ਼ਨ ਦੀ ਸਪੀਡ ਵਧਾ ਦਿੰਦਾ। ਹੁਣ ਉਹ ਸਪੀਡ ਵਧਾਊਗਾ ਕਿਵੇਂ, ਦੋ ਹੀ ਚੀਜ਼ਾਂ ਆਪਾਂ ਦੇ ਵਿੱਚ ਪੜ੍ਹਨੀਆਂ ਨੇ। ਸਪੀਡ ਵਧਾਊਗਾ ਕਿਵੇਂ, ਉਹ ਕੀ ਕਰੂਗਾ, ਇੱਕ ਅਲਟਰਨੇਟ, ਮਤਲਬ ਜਿਹੜਾ ਉਹਦੇ ਵਿੱਚ ਰਿਐਕਟੈਂਟਸ ਪ੍ਰੋਡਕਟਸ ਦੇ ਵਿੱਚ ਚੇਂਜ ਹੋ ਰਿਹਾ ਟ੍ਰਾਂਜੀਸ਼ਨ ਸਟੇਟ ਦੇ ਥਰੂ, ਠੀਕ ਹੈ। ਤਾਂ ਉਹ ਕੀ ਕਰੂਗਾ, ਇੱਕ ਲੋਅਰ ਲੈਵਲ ਦੀ, ਲੋਅਰ ਐਨਰਜੀ ਦੀ ਟ੍ਰਾਂਜੀਸ਼ਨ ਸਟੇਟ ਹੈ ਜਿਹੜੀ ਉਹ ਦੇ ਦੂਗਾ, ਜਿਹਦੇ ਕਰਕੇ ਰਿਐਕਸ਼ਨਸ ਜਿਹੜੇ ਨੇ ਉਹ ਈਜ਼ੀਲੀ ਪ੍ਰੋਡਕਟਸ ਦੇ ਵਿੱਚ ਕਨਵਰਟ ਹੋ ਜਾਣਗੇ। ਜਿਵੇਂ ਨਾਰਮਲੀ ਅਨਕੈਟਾਲਾਈਜ਼ਡ ਰਿਐਕਸ਼ਨ ਹੈ ਜਿਹਦੇ ਵਿੱਚ ਕੈਟਾਲਿਸਟ ਨਹੀਂ ਯੂਜ਼ ਕੀਤਾ, ਉਹਦੀ ਟ੍ਰਾਂਜੀਸ਼ਨ ਸਟੇਟ ਦੀ ਐਨਰਜੀ ਇੰਨੀ ਸੀ, ਪਰ ਜਦੋਂ ਕੈਟਾਲਿਸਟ ਯੂਜ਼ ਕਰਦੇ ਹਾਂ ਉਹ ਕੀ ਕਰਦਾ, ਟ੍ਰਾਂਜੀਸ਼ਨ ਸਟੇਟ ਦੀ ਐਨਰਜੀ ਘਟਾ ਦਿੰਦਾ। ਅਤੇ ਕਿਉਂਕਿ ਜਦੋਂ ਆਹ ਐਕਟੀਵੇਸ਼ਨ ਐਨਰਜੀ ਘੱਟ ਗਈ, ਠੀਕ ਹੈ, ਤਾਂ ਰਿਐਕਟੈਂਟਸ ਈਜ਼ੀਲੀ ਪ੍ਰੋਡਕਟਸ ਦੇ ਵਿੱਚ ਕਨਵਰਟ ਹੋ ਜਾਣਗੇ ਅਤੇ ਰਿਐਕਸ਼ਨ ਦੀ ਸਪੀਡ ਹੈ ਜਿਹੜੀ ਉਹ ਵੱਧ ਜਾਂਦੀ ਹੈ, ਠੀਕ ਹੈ। ਤਾਂ ਕੈਟਾਲਿਸਟ ਦਾ ਜਿਹੜਾ ਕੰਮ ਹੈ ਉਹ ਇੰਨਾ ਕੀ ਕੰਮ ਹੁੰਦਾ ਰਿਐਕਸ਼ਨ ਦੇ ਵਿੱਚ, ਕਿਸੇ ਵੀ ਰਿਐਕਸ਼ਨ ਦੇ ਵਿੱਚ, ਠੀਕ ਹੈ। ਅਨਕੈਟਾਲਾਈਜ਼ਡ ਰਿਐਕਸ਼ਨ ਨਾਲੋਂ ਕੈਟਾਲਾਈਜ਼ਡ ਰਿਐਕਸ਼ਨ ਦੀ ਜਿਹੜੀ ਹੈ ਸਪੀਡ ਵੱਧ ਹੁੰਦੀ ਹੈ, ਕਿਉਂਕਿ ਟ੍ਰਾਂਜੀਸ਼ਨ ਸਟੇਟ ਹੈ ਜਿਹੜੀ ਉਹਦੀ ਐਨਰਜੀ ਘੱਟ ਜਾਂਦੀ ਹੈ, ਠੀਕ ਹੈ। ਇਸ ਵੀਡੀਓ ਦੇ ਵਿੱਚ ਬਾਕੀ ਨਹੀਂ ਸੀਗਾ, ਬਾਕੀ ਜਿਹੜਾ ਹੈ ਆਪਾਂ ਐਨਰਜੀ ਵਾਲੇ ਸਾਰੇ ਟੋਪਿਕ ਖਤਮ ਹੋ ਗਏ। ਅੱਗੇ ਆਪਾਂ ਰਿਐਕਸ਼ਨ ਇੰਟਰਮੀਡੀਏਟਸ ਜਿਹੜੇ ਹੈ ਉਹ ਅੱਗੇ ਸਟਾਰਟ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਇਸ ਵੀਡੀਓ 'ਚ ਇੰਨਾ ਹੀ, ਬਾਕੀ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ। ਥੈਂਕ ਯੂ।